गुरु नानक पद पंकज बंदन, पंकज बंदन। सिमरो अंगद दुख निकंदन। अमरदास गुर हृदय त्यामो, गुर हृदय त्यामो। श्री गुरु रामदास गुण गावो। गुर अर्जन बिघ्नन के नाशक, बिघ्नन के नाशक। गुरु गोबिंद शुभ सुमत प्रकाशक। श्री हर कृपाय नमो कर जोड़ी, नमो कर जोड़ी। श्री हर कृष्ण मनाओ बहोरी। गुरु तेग बहादुर परम कृपाला, परम कृपाला। श्री गुरु गोबिंद सिंह बिसाला। तरु तरा पुर पुन पुन सीसा, पुन पुन सीसा। बंदों बार बार जग जिसमें है अमृत ज्ञान है, मानक भगत बैराग। गुरु ग्रंथ साहिब ओदद, बंदो कर अनुराग। वाहिगुरु जी का खालसा, वाहिगुरु जी की फतेह। दोहरा श्री गुरु नानक चरण बंद, गुर गोबिंद सिंह ध्याए। लिखो उत्पत्ति खालसे, मो निज करो सहाय। प्राचीन पंथ प्रकाश करता रतन सिंह ਭੰਗੂ। इतिहास की कथा असी पिछले हफ्तियां तो आरंभ की है। अज ये लड़ी अगाह तोरनी, क्योंकि पिछली लड़ी जिहड़ी संगत नहीं आई, उस संगत के ज्ञात वास्ते भी अर्ज कर दीए कि ये रतन सिंह ਭੰਗੂ जिहड़े होए ने, ये प्राचीन सिखां विच होए ने, प्राचीन सिंघां विच होए ने। और इन्हां ने 19वीं सदी विच ये इतिहास लिखिया है, भाव 1800 सन दे विच। और रतन सिंह ਭੰਗੂ भाई साहब भाई महताब सिंह दे पोतरे ने। भाई साहब भाई महताब सिंह जी सुखा सिंह जी बुढ़ा जोड़ वाले। आप संगतां नूं पता है कि राजस्थान की धरती बुढ़ा जोड़, जिथों इन्हां सिंघां ने मस्से रंगण दियां कुरीतियां बारे सुनिया सी। ते साथ विच गुरु के सिख बैठे गल करदे सी कि दरबार साहब जिहड़ी पावन पवित्र धरती है, जिस बाबत जिक्र है डिठे सभे थाम। नहीं तुद जेहिया बद्दो पुरख विधाते जातू सोहिया। वसदी सगन अपार अनूप रामदासपुर। हरहा नानक घसमल जाए नहाए रामदास सर। ये वो धरती है जिस धरती नूं अमृतसर सिफती का घर आख्या गया। भावें धन सतगुरु गुरु नानक साहब जी का बचन कि अमृतसर धरती दे बाबत जिहड़ा जिक्र पढ़दे हां, लाहौर शहर जहर कहर सवा पहर, ते उहदे बाबत ही धन गुरु अमरदास जी ने बचन उचारिया, लाहौर शहर अमृतसर सिफती दा घर। सतगुरु गुरु रामदास महाराज जी की वसाई नगरी, जिहड़ी पावन पवित्र नगरी है, जिथे सदा ही चत्तो पैर पार ब्रह्म परमेश्वर की सिफत सलाह चलती है और सदा ही होंदी है। उस धरती ते मस्सा रंगण ने पाप वरताया, उथे कुफर तोलिया। उस पावन धरती ते जद पाप बाबत महताब सिंह होरां ने सुनिया, उन्हां दा खून उबाले खादा
ਔਰ ਸਿੱਖਾਂ ਨੇ ਇਹ ਬਚਨ ਕੀਤਾ ਕਿ ਕਿਹੜਾ ਸੂਰਮਾ ਹੋਏਗਾ ਜਿਹੜਾ ਮੱਸਾ ਰੰਗਣ ਨੂੰ ਸਬਕ ਸਿਖਾਏਗਾ, ਜਿਹੜਾ ਉਸ ਪਾਵਨ ਧਰਤੀ ਤੇ ਪਾਪ ਕਰ ਰਿਹਾ ਤੇ ਆਪਣੇ ਯਤਨਾਂ ਦੇ ਨਾਲ ਉਹਨਾਂ ਪਾਪਾਂ ਨੂੰ ਧੋਏਗਾ। ਤੇ ਉਸ ਵੇਲੇ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਜੀ ਨੇ ਠੀਕਰੀਆਂ ਭਰ ਕੇ ਬੋਰੀ ਦੇ ਵਿੱਚ ਕੱਟੇ ਵਿੱਚ ਤੇ ਉਹ ਦਰਬਾਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਅੰਦਰ ਮੱਸੇ ਰੰਗਣ ਦੇ ਸਾਹਮਣੇ ਜਦ ਕਿਹਾ ਕਿ ਖਜ਼ਾਨਾ ਲਿਆਇਆ, ਮੋਹਰਾਂ ਲਿਆਇਆ, ਉਹ ਬੋਰੀ ਖੋਲ ਕੇ ਸੁੱਟੀ ਤੇ ਠੀਕਰੀਆਂ ਵੇਖਣ ਲੱਗਾ ਤੇ ਨਾਲ ਦੇ ਨਾਲ ਮੱਸਾ ਰੰਗਣ ਝੁਕਿਆ ਤੇ ਮਹਿਤਾਬ ਸਿੰਘ ਨੇ ਉਹਦਾ ਗੱਟ ਵੱਢ ਕੇ ਉਹਦਾ ਸਿਰ ਵੱਢ ਕੇ ਰੱਖ ਦਿੱਤਾ ਕਿ ਗੁੱਟ ਵਿੱਚ ਫੜੀ ਹੋਈ ਜਿਹੜੀ ਤੇਗ ਸੀ ਉਹਦਾ ਇੱਕੋ ਵਾਰ ਕੀਤਾ ਤੇ ਮੱਸਾ ਰੰਗਣ ਦਾ ਉੱਥੇ ਹੀ ਸੀਸ ਵੱਢਿਆ ਗਿਆ। ਸੁੱਖਾ ਸਿੰਘ ਨੇ ਬਰਛੇ ਵਿੱਚ ਉਹ ਸੀਸ ਟੰਗ ਕੇ ਪੂਰੀ ਰਫ਼ਤਾਰ ਦੇ ਨਾਲ ਬਾਹਰ ਆਏ ਤੇ ਘੋੜੇ ਤੇ ਸਵਾਰ ਹੋ ਕੇ ਫਿਰ ਉਹ ਬੁੱਢਾ ਜੋੜ ਵਾਲੇ ਪਾਸੇ ਨਿਕਲ ਗਏ। ਸੀਸ ਲੈ ਕੇ ਨਿਕਲੇ ਨੇ ਇਹ ਉਹ ਮਹਿਤਾਬ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਪੱਗ ਨੂੰ ਹੋਰ ਉੱਚਾ ਕੀਤਾ। ਮੱਸਾ ਰੰਗਣ ਵਰਗਿਆਂ ਨੂੰ ਸੋਧਾ ਤੇ ਅਰਦਾਸ ਦੇ ਵਿੱਚ ਜੇ ਗੁਰੂ ਕਾ ਸਿੱਖ ਕੁਝ ਮੰਗਦਾ ਹੈ ਤੇ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਮੰਗਦਾ ਹੈ। ਇਹ ਲਫ਼ਜ਼ ਸਿੱਖ ਰਹਿਤ ਮਰਿਆਦਾ ਦਾ ਦਰਸ਼ਨ ਸੀ। ਫਿਰ ਇਸ਼ਨਾਨ ਇਸ ਲਈ ਪਿਆ ਕਿ ਸਿੱਖਾਂ ਨੂੰ ਇਸ਼ਨਾਨ ਭਾਵਤ ਇਹ ਉਹ ਸਿੱਖ ਨੇ ਜਿਹੜੇ ਘੋੜਿਆਂ ਸਮੇਤ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਨਿਕਲਦੇ ਸਨ। ਇਸ਼ਨਾਨ ਕਰਨ ਦੀ ਮਨਾਹੀ ਸੀ। ਸੁੱਖਾ ਸਿੰਘ ਮਹਿਤਾਬ ਸਿੰਘ ਇਹ ਗੁਰੂ ਕੇ ਦੋ ਸਿੱਖਾਂ ਨੇ ਇਹ ਕਾਰਾ ਵਰਤਾਇਆ ਤੇ ਦੱਸ ਦਿੱਤਾ ਇਤਿਹਾਸ ਦੇ ਵਿੱਚ ਕਿ ਜਿਹੜਾ ਵੀ ਮੰਦੀ ਨਜ਼ਰ ਦਰਬਾਰ ਸਾਹਿਬ ਦੇ ਉੱਤੇ ਚੱਕੇਗਾ ਉਹਦਾ ਇਹੀ ਹਸ਼ਰ ਸਿੱਖ ਕੌਮ ਕਰੇਗੀ। ਜਿਹੜਾ ਵੀ ਹੋਏਗਾ, ਭਾਵੇਂ ਉਹ ਮੱਸਾ ਰੰਗਣ ਹੈ, ਭਾਵੇਂ ਉਹ ਅਬਦਾਲੀ ਹੈ, ਭਾਵੇਂ ਉਹ ਨਾਦਰ ਸ਼ਾਹ ਹੈ, ਭਾਵੇਂ ਅਬਦੂ ਸਮਦ ਖਾਂ ਹੈ, ਭਾਵੇਂ ਜ਼ਕਰੀਆ ਖਾਂ ਹੈ, ਭਾਵੇਂ ਮੀਰ ਮੰਨੂ ਹੈ, ਭਾਵੇਂ ਕੋਈ ਵੀ ਇਸ ਧਰਤੀ ਤੇ ਭਾਵੇਂ ਅੱਜ ਦੇ ਸਮੇਂ ਦੀ ਇੰਦਰਾ ਕਿਉਂ ਨਹੀਂ ਹੈ, ਉਹਨੂੰ ਵੀ ਗੁਰੂ ਕੇ ਸਿੱਖਾਂ ਨੇ ਸੋਧਾ ਲਾਇਆ। ਔਰ ਇਸ ਬਾਬਤ ਕੋਈ ਵੀ ਗੱਲ, ਔਰ ਮੈਂ ਬਿਲਕੁਲ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹਨਾਂ ਨੂੰ ਮੁਬਾਰਕਬਾਦ ਦੇਵਾਂਗਾ ਜਿਹੜਾ ਉਹਨਾਂ ਨੇ ਪੁਰਾਣੇ ਪਿਛਲੇ 4-5 ਦਿਨਾਂ ਪਹਿਲਾਂ ਇੰਦੌਰ ਜਿਹੜਾ ਸਮਾਗਮ ਹੋਇਆ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ, ਬਿਲਕੁਲ ਸਹੀ ਉਹਨਾਂ ਨੇ ਕੀਤਾ। ਬਿਲਕੁਲ ਸੱਚ ਕਿਹਾ ਕਿ ਭਾਵੇਂ ਕਿ ਸਾਡਾ ਇਹ ਇੱਕ ਖਿੱਤਾ ਹੈ, ਸਾਡਾ ਪ੍ਰੋਫੈਸ਼ਨ ਹੈ, ਪਰ ਇਹਦੇ ਵਿੱਚ ਸੱਚ ਦੀ ਬਾਤ ਪ੍ਰਚਾਰਕ ਕੋਈ ਕਹਿ ਜਾਏ ਤੇ ਸੱਚੀ ਮੁੱਚੀ ਉਹਨੂੰ ਸਤਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਕਿਰਪਾ, ਸਤਿਗੁਰੂ ਜੀ ਦੀ ਰਹਿਮਤ ਤੇ ਹਿੰਮਤ ਇਹ ਧੁਰ ਦਰਗਾਹੋਂ ਝੋਲੀ ਪਈ। ਇਹ ਬਚਨ ਸਤਿਗੁਰੂ ਜੀ ਨੇ ਕਵਾਏ ਸਮੇਂ ਦੇ ਵਿੱਚ ਜੋ ਕਿਹਾ ਤੇ ਆਉਣ ਵਾਲੇ ਲੋਕਾਂ ਨੂੰ ਵੀ, ਔਰ ਸਾਡੇ ਮਨਾਂ ਦੇ ਵਿੱਚ ਵੀ ਇਹ ਸ਼ੰਕਾ ਪੈਦਾ ਹੁੰਦੀ ਹੈ ਅਸੀਂ ਇਤਿਹਾਸ ਕਿਉਂ ਸੁਣੀਏ, ਇਹ ਪੁਰਾਣਾ ਇਤਿਹਾਸ ਸੁਣ ਕੇ ਕਰਨਾ ਕੀ ਹੈ, ਸੁਣਨਾ ਕੀ 84 ਬਾਰੇ ਜਾਂ ਸੁਣਨਾ ਕੀ ਇਸ ਤੋਂ ਪਹਿਲਾਂ ਜੋ ਕੁਝ ਵਰਤਿਆ, ਭਾਵੇਂ ਉਹ ਮੱਸਾ ਰੰਗਣ ਬਾਰੇ ਹੋਇਆ, ਅਸੀਂ ਕੀ ਕਤਲੋ ਗਾਰਤ ਨਾਲ ਲੈਣਾ। ਉਹ ਗੁਰੂ ਕੇ ਸਿੱਖੋ ਇਸ ਗੱਲ ਨੂੰ ਬਿਲਕੁਲ ਹਿਰਦੇ 'ਚ ਵਸਾ ਲਿਓ। ਜੇ ਇਹਨਾਂ ਸਿੰਘਾਂ ਦਾ ਇਤਿਹਾਸ ਨਾ ਹੁੰਦਾ ਤੇ ਅੱਜ ਕਰੋੜਾਂ ਰੁਪਏ ਦੀ ਕੋਠੀਆਂ 'ਚ ਅਸੀਂ ਨਾ ਰਹਿ ਰਹੇ ਹੁੰਦੇ, ਅੱਜ ਸਾਡੇ ਸਿਰ ਤੇ ਸਰਦਾਰੀਆਂ ਨਾ ਹੁੰਦੀਆਂ ਜੇ ਇਹ ਗੁਰੂ ਕੇ ਸਿੱਖ ਨਾ ਹੁੰਦੇ। ਇਸ ਗੱਲ ਨੂੰ ਬੜੇ ਵੱਡੇ ਹਿਰਦੇ ਨਾਲ ਸਮਝੋ। ਅਸੀਂ ਕਹਿੰਦੇ ਅਸੀਂ ਕੀ ਇਹਨਾਂ ਬਾਰੇ ਸੁਣ ਕੇ ਲੈਣਾ, ਵੀ ਜਦ ਸਾਡੇ ਘਰ 'ਚ ਕੋਈ ਪੁੱਤਰ ਧੀ ਜੰਮਦੀ ਹੈ ਅਸੀਂ ਦੱਸਦੇ ਨਹੀਂ ਕਿ ਤੇਰਾ ਦਾਦਾ ਕੌਣ ਸੀ, ਤੇਰਾ ਪੜਦਾਦਾ ਕੌਣ ਸੀ, ਤੂੰ ਕਿਸ ਕੁਲ ਵਿੱਚ ਜੰਮੀ ਆ ਜੰਮਿਆ, ਅਸੀਂ ਫਿਰ ਉਹ ਵੀ ਨਾ ਦੱਸੀਏ ਉਹਨਾਂ ਨੂੰ ਆਪਣੇ ਬਜ਼ੁਰਗਾਂ ਬਾਰੇ। ਫਿਰ ਇਹ ਸਾਡੇ ਸੱਚੀ ਬਜ਼ੁਰਗ ਨੇ, ਇਹਨਾਂ ਦੀ ਇਤਿਹਾਸਕ ਰੌਸ਼ਨੀ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਚਾਨਣ ਕਰਨਾ ਹੈ। ਗੁਰੂ ਕਾ ਸਿੱਖ ਕੋਈ ਕਮਰਿਆਂ ਅੰਦਰ ਵੜ ਕੇ ਜਾਂ ਬੂਏ ਢੋ ਕੇ ਮਾਲਾ ਜਪ ਕੇ ਮਾਲਾ ਫੇਰ ਕੇ ਸਿਮਰਨ ਕਰਨ ਵਾਲਾ ਨਹੀਂ ਹੈ। ਗੁਰੂ ਕਾ ਸਿੱਖ ਸਮੇਂ ਸਿਰ ਸਮਾਂ ਪਾ ਕੇ ਸੀਸ ਦੇਣ ਵਾਸਤੇ ਵੀ ਤਿਆਰ ਹੈ। ਇੱਥੇ ਜਾਓ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਿਰਫ ਸ਼ਾਸਤਰਾਂ ਨੂੰ ਨਮਸਕਾਰ ਨਹੀਂ ਹੈ, ਸ਼ਾਸਤਰ ਦੇ ਨਾਲ ਤੁਸੀਂ ਸ਼ਸਤਰਾਂ ਨੂੰ ਨਮਸਕਾਰ ਕਰਦੇ ਹੋ। ਇਹ ਗੁਰੂ ਕਾ ਸਿਧਾਂਤ ਹੈ। ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਔਰ ਇਹੀ ਦੋਨੋਂ ਗੱਲਾਂ ਸ਼ਾਸਤਰ ਤੇ ਸ਼ਸਤਰ, ਭਾਈ ਰਤਨ ਸਿੰਘ ਭੰਗੂ ਕਹਿੰਦੇ ਹੈ ਸ੍ਰੀ ਗੁਰੂ ਨਾਨਕ ਚਰਨ ਬੰਦ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਕਲਾ ਵਰਤਾਈ ਤੇ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਕਿਹੜੇ ਸ਼ਸਤਰ ਦੀ ਗੱਲ ਕੀਤੀ। ਭਾਈ ਗੁਰਦਾਸ ਜੀ ਦੀਆਂ 12 ਪੜੋ। ਭਾਈ ਗੁਰਦਾਸ ਜੀ ਕਹਿੰਦੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਬਿੰਦ ਕੂੜ ਕੁਸਤ ਮੁਖੋਂ ਅਲਾਈ। ਇਹ ਵਰਤ ਰਿਹਾ ਸੀ। ਕਹਿੰਦੇ ਜਿਹੜੇ ਚੇਲੇ ਸਨ, ਚੇਲੇ ਬੈਠੇ ਘਰਾਂ ਵਿੱਚ
गुरु उठ तिनाड़े जाई, चेले साज बजाउंदे, नचन गुरु बहु बिद भाई, काजी होए रिश्वती, वड्डी लैके हक गवाई। अगे जिक्र किया इस्त्री पुरखै दाम हित, भावें आए किथाऊं जाई। इस धरती ते कूड़ वरतारा वरत गया और इस कूड़ वरतारे नूं खत्म करन वास्ते सतगुरु नानक प्रगटिया, मिटी धुंध जग चानण हुआ सी। कहंदे केड़ा शस्त्र? इत्थे जिक्र किया सिंह बुके मिरगावली भन्नी जाए ना, ना ते विश्राम है। सिंह बुके, सिंह गर्ज, गुरु नानक साहब जी दे शब्द दी। सिंह बुके मिरगावली भन्नी जाए ना, मिर्गां दी डार भन्नी जाती है, भन्नी जाए ना धीर धरोवा, भन्नी जाए तो विश्राम ला के पढ़ोगे स्पष्ट होएगा। सिंह बुके मिरगावली भन्नी जाए, भजी जाती है, वहमा भरमा झूठ कूड़ मिर्गां दी डार, ना धीर धरोवा, उन्होंने धीरज नहीं है। जिथे बाबा पैर धरे पूजा आसन थापण सोआ, सिद्धि मने विचारिया किमें दर्शन ए लेवै बाला, ऐसा जोगी कली मैं हमरे पंथ करे उजियारा। कि गुरु नानक साहब नूं काबू किमें करिए, ये किमें वड्डा जिहड़ा वड्डा है। पीर दस्तगीर ने वड्डा कहता सी, कहंदे साडे तो वड्डा है। सिद्धा ने मान लिया सी साडे तो वड्डे ने, भावें बाला लफ्ज वरतिया पर सच्ची मुच्ची सतगुरु अगम अगाध पुरख की कला जिहड़ी वरती है ना, इनू कोई नहीं झल सकिया। सिद्धि मनै विचारिया किमें दर्शन ए लेवै बाला, ऐसा जोगी कली मैं हमरे पंथ करे उजियारा। कहंदे फिर खप्पर दिता, कहंदे जोगियां ने सिद्धा ने खप्पर दिता, पानी है कि पानी भर लियाओ। कहंदे जाके पानी भर के लैके आओ। अगे गुरु नानक साहब पानी भरन गए ने, कहंदे उथे पानी नहीं सी, डिठे रतन जवाहर लाला। कहंदे जोगियां नूं ये लग्या कि असीं खप्पर दिता है पानी भरन नूं, पानी किथे? उथे देख के जवेहर रतन, ते इन्हां ने वापस नहीं मुड़ना, इन्हां ने उही खप्पर विच भर के ते गां तुरिया फिरना। पर वो ये नहीं पता कि सतगुर अगम अगाध पुरख केड़ा चले गुरु दी चाला। उन्होंने जोगियां ने क्या पानी नहीं लियाए? महाराज कहते पानी नहीं उस ताला। कहते पानी तो है नहीं, तो जोगी कहते होर की सी? महाराज कहते मैं की लेना होर दे नाल, मैं तो पानी भरन गया सी, पानी नहीं सी, मैं वापस आ गया। हैरान हो गए। ये है कि सतगुरु गुरु नानक साहब महाराज जी ने इसलिए वंदना की है कि सतगुरु गुरु नानक साहब ने किया कि मारिया सिक्का जगत विच, नानक निर्मल पंथ चलाया। ये निर्मल पंथ चलाया सिक्का, ਇਹਦਾ मतलब कि सतगुरु जी के शब्द की जोत। सिक्का राज, राज सिक्के की निशानी है, झंडा सिक्के की निशानी, राज की निशानी है, शस्त्र राज की निशानी है। तीनों गल्लां बाणी विच ते भाई गुरदास जी दीयां लिखतां विच मिलदियां ने। सतगुरु अगम अगाध पुरख केड़ा झले गुरु दी झाला। ते सतगुरु ने की कीता? कहंदे फिर कहंदे सिद्धां नूं जित लिया ते कीतोस अपना पंथ निराला। निराला पंथ सतगुरु जी ने किया। सतगुरु गुरु नानक साहब बाबत राय सत्ता ते बलवंड यही लिखते हैं, नाओ करता कादर करे क्यों बोल होवै जो खींबदै, दे गुणा सद भैण भराव है पारंगत दान पड़ी वदै, नानक राज चलाया सच कोट सताणी नीवदै। ये राज की गल है, राज चलाया सी। कहंदे गुरु नानक साहब ने केड़ा चलाया? बाणी कहंदी है नानक राज चलाया। ये सिख राज जिहड़ी सरदारियां तुसीं मान रहे हो, सच कोट सताणी नीवदै। इस कोट इस किले सिख जगत के किले नूं जिहड़ी नीव किले की नीव रखी वो गुरु नानक साहब ने रखी। ये शब्द जिती सिद्ध मंडली की तो सपना पंथ निराले वाली। जद सिद्धा ने पूछया ना कि अचल बटाले की धरती के उत्ते मेला वेख शिवरात का बाबे अचल बटाले आई, तो उत्थे सिद्धिया ने यह विचार लिया कि बई ये करामाती है भाई। इस करामाती ने इस बंदे ने की किया? लफ्ज वरते कि इस गुरु नानक साहब जी के बैण नाल जिहड़ी उम्मत साडे वल आउंदी सी वो पुठी तुर पई है। कहंदे उथे ढेर लवा ले पैसियां दे, धन दौलतां दे। कहंदे किहड़ी करामात है? कहंदे फिर पुछया गुरु नानक साहब ने, फिर के गए गुरु नानक साहब को उठ के गए ते पुछया गुरु नानक साहब तोहे जग नूं क्या करामात दिखाई? कुछ विखाले असानू तुसी क्यों ढिल अवे ही लाई? तुसी भी दिखाओ किहड़ी करामात है, असी भी वेखीए जिस करामात दे करके तुसी सारी उम्मत अपने पिछे ला ली है। महाराज कहंदे सुनो फिर मेरी करामात। गुर शब्द कहंदे एक गुरु संगत बाणी बिना कहंदे दूजी ओट नहीं है राई। जे मेरी करामात देखनी है एक गुरु दी संगत ते दूसरी बाणी,
ਇਸ ਤੋਂ ਬਿਨਾਂ ਰਾਈ ਜਿੰਨੇ ਦਾਣੇ ਦੀ ਕੋਈ ਕਰਾਮਾਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਹੀਂ ਹੈ। ਗੁਰੂ ਸੰਗਤ ਵਿੱਚ ਕਲਾ ਵਰਤਦੀ ਹੈ, ਬਾਣੀ ਦੇ ਨਾਲ ਜੀਵਨ ਘੜਿਆ ਜਾਂਦਾ ਹੈ। ਇਹ ਬਾਣੀ ਅਸੀਂ ਕਹਿੰਦੇ ਕਿਹੜਾ ਹਥਿਆਰ ਗੁਰੂ ਨਾਨਕ ਸਾਹਿਬ ਨੇ ਚੱਕਿਆ? ਰੋਜ਼ ਪੜੋ ਆਹਰਣ ਮਤ ਵੇਦ ਹਥਿਆਰ, ਭਾਓ ਖਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਟਢਾਲ ਘੜੀਐ ਸ਼ਬਦ ਸੱਚੀ ਟਕਸਾਲ। ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਧਿਆਏ, ਫਿਰ ਗੁਰੂ ਗੋਬਿੰਦ ਸਿੰਘ ਨੂੰ ਨਮਸਕਾਰ ਹੈ। ਨਾਨਕ ਗੁਰੂ ਗੋਬਿੰਦ ਸਿੰਘ ਨੂੰ ਨਮਸਕਾਰ ਕਰਕੇ ਲਿਖੋ ਉਤਪਤੀ ਖਾਲਸੇ ਮੈਂ ਨਿਜ ਕਰੋ ਸਹਾਏ। ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਤੇ ਸਹਾਈ ਹੋਵੋ, ਮੈਂ ਇਹ ਉਤਪਤੀ ਇਹ ਖਾਲਸੇ ਦੀ, ਇਹ ਖਾਲਸੇ ਦੇ ਜੀਵਨ, ਖਾਲਸੇ ਦੀ ਸਾਖੀ ਨੂੰ, ਇਸ ਖਾਲਸੇ ਦੀ ਸਾਰੀ ਵਾਰਤਾ ਨੂੰ ਲਿਖ ਸਕਾਂ। ਇਹ ਬਖਸ਼ਿਸ਼ ਰਤਨ ਸਿੰਘ ਭੰਗੂ ਮਹਿਤਾਬ ਸਿੰਘ ਜੀ ਦਾ ਪੋਤਰਾ ਹੈ, ਸ਼ਾਮ ਸਿੰਘ ਨਾਰੋਵਾਲ ਦਾ ਇਹ ਦੋਤਰਾ ਹੈ, ਭਾਈ ਰਾਏ ਸਿੰਘ ਦਾ ਪੁੱਤਰ ਹੈ। ਰਾਏ ਸਿੰਘ ਦੀ ਸਾਖੀ ਕੀਤੀ ਸੀ, ਪਿੰਡ ਦੇ ਵਿੱਚ ਜੋ ਕੁਝ ਵਰਤਿਆ, ਉਹਦੇ ਗੁੱਟ ਨੂੰ ਵੱਢ ਗਏ ਸਨ ਮੁਗਲ ਆ ਕੇ। ਉਹਦੀ ਫਿਰ ਤਾਈ ਨੇ ਉਹਦੇ ਮੋਚੀ ਤੋਂ ਉਹਨੂੰ ਸਵਾ ਦਿੱਤਾ ਜ਼ਖਮ ਨੂੰ, ਉਹ ਜ਼ਖਮ ਠੀਕ ਹੋਇਆ, ਉਹ ਸੂਰਮਾ ਬਣਿਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਅਗਲੀ ਕਤਾਰ ਦੇ ਵਿੱਚ ਨਾਲ ਲੜ ਕੇ ਮਿਲ ਕੇ ਉਹਨੇ ਵਜ਼ੀਰ ਖਾਂ ਦੇ ਨਾਲ ਜੰਗ ਕੀਤੀ ਹੈ। ਇਹ ਰਾਏ ਸਿੰਘ ਦਾ ਪੁੱਤਰ ਰਤਨ ਸਿੰਘ ਭੰਗੂ ਹੈ। ਇਹ ਸਾਰੀ ਵਾਰਤਾ ਹੁਣ ਲਿਖਣ ਲੱਗੇ ਨੇ ਜੀ। ਅਬ ਮੈਂ ਲਿਖੋ ਸਿੰਘਨ ਕੀ ਸਾਖੀ, ਜਹ ਬਿਦ ਪੜਨ ਅਸਾਡਨ ਆਖੀ। ਚੌਪਈ 4 ਪਦਿਆਂ ਦੀ ਇਹ ਲਿਖਤ ਸ਼ੁਰੂ ਕਰਦੇ ਨੇ। ਅਬ ਮੈਂ ਲਿਖੂੰ ਸਿੰਘਨ ਕੀ ਸਾਖੀ। ਉਹ ਗੁਰੂ ਕੇ ਸਿੱਖੋ, ਤੁਸੀਂ ਵੀ ਜੇ ਸਿੱਖ ਕਹਾਉਂਦੇ ਹੋ, ਜੇ ਜੜਾਂ ਨੂੰ ਭੁੱਲ ਗਏ, ਕਹੋ ਕਿ ਸਾਖੀ ਕੀ ਕਰਨੀ ਸੁਣ ਕੇ। ਅਸੀਂ ਕੀ ਸੁਣਨਾ ਸਿੱਖਾਂ ਦਾ ਇਤਿਹਾਸ? ਅਸੀਂ ਤੇ ਗੁਰੂ ਗੁਰੂ ਜਪੀਏ, ਅਸੀਂ ਵਾਹਿਗੁਰੂ ਵਾਹਿਗੁਰੂ ਜਪੀਏ, ਬਸ ਇਹੀ ਕਰੀਏ, ਸਾਨੂੰ ਕਿਸ ਇਤਿਹਾਸ ਨਾਲ ਨਹੀਂ। ਨਮਸਕਾਰ ਕਰੋ ਇਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਘਾਲਨਾ ਕੀਤੀ, ਔਰ ਜਿਨ੍ਹਾਂ ਦੀ ਘਾਲਨਾ ਰਤਨ ਸਿੰਘ ਭੰਗੂ ਵਰਗੇ ਸਿੱਖਾਂ ਨੇ ਲਿਖੀ ਵੀ ਹੈ, ਜਿਨ੍ਹਾਂ ਦੀ ਘਾਲਨਾ ਕਰਕੇ ਇਸ ਇਤਿਹਾਸ ਦੀ ਰੌਸ਼ਨੀ ਵਿੱਚ ਅਸੀਂ ਆਪਣੀ ਜੜ੍ਹਾਂ ਨਾਲ ਜੁੜੀਏ, ਅਸੀਂ ਆਪਣੇ ਜੀਵਨ, ਅਸੀਂ ਆਪਣੇ ਮੁੱਢ, ਅਸੀਂ ਆਪਣੇ ਇਤਿਹਾਸ, ਸਾਨੂੰ ਪਤਾ ਲੱਗੇ ਅਸੀਂ ਕੌਣ ਹੁੰਦੇ ਹਾਂ, ਕਿੱਥੋਂ ਆਏ ਹਾਂ, ਕਿਹੜੇ ਸੂਰਮੇ ਆ। ਐਵੇਂ ਮੁਰਦੇ ਨਹੀਂ ਤੁਰੇ ਫਿਰਦੇ ਅਸੀਂ, ਐਵੇਂ ਨਹੀਂ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਬਿਨਾ ਕੇਸ ਸ਼ਸਤਰੰਗ ਨਰੰਗ ਭੇਡ ਜਾਣਨ, ਇਹ ਵੀ ਆਖਿਆ ਬਿਨਾ ਕੇਸ ਸ਼ਸਤਰੰਗ ਦੇਹੂੰ ਨਾ ਦਿਦਾਰੇ। ਇਹ ਇਸ ਲਈ ਆਖਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਕੀਤਾ ਕਿ ਗੁਰੂ ਕੇ ਸਿੱਖੋ, ਤੁਹਾਨੂੰ ਸੂਰਮਾ ਬਣਾਇਆ, ਤੁਹਾਨੂੰ ਬਾਦਸ਼ਾਹੀ ਵੀ ਦਿੱਤੀ ਹੈ ਨਾਲ। ਸੰਤ ਤੇ ਸਿਪਾਹੀ ਦਾ ਸਿਧਾਂਤ ਬਾਣੀ ਵਿੱਚ ਪਿਆ। ਜੇ ਗੁਰੂ ਨਾਨਕ ਸਾਹਿਬ ਸਲੋਕ 12 ਤੇ ਵਧੀਕ ਵਿੱਚ ਕਹਿੰਦੇ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਹੈ ਸ਼ਬਦ ਤੇ ਸੁਰਤ ਦੋਨਾਂ ਨੂੰ ਸੰਤ ਸਿਪਾਹੀ ਰੂਪ ਦੇ ਵਿੱਚ ਜੋੜ ਕੇ ਆਪਣੇ ਜੀਵਨ ਨੂੰ ਘੜਨਾ। ਇਹ ਕਹਿੰਦੇ ਮੈਂ ਹੁਣ ਸਿੱਖਾਂ ਦੀ ਸਾਖੀ ਲਿਖ ਰਿਹਾ। ਜਿਹੇ ਬਿਦ ਵੱਡਨ ਅਸਾਡਨ ਆਖੀ। ਵੱਡਨ ਕਹਿੰਦੇ ਸਾਡੇ ਵੱਡੇ ਬਜ਼ੁਰਗ, ਸਾਡੇ ਬਜ਼ੁਰਗਾਂ ਨੇ ਜਿਹੜੀ ਸਾਨੂੰ ਸੁਣਾਈ। ਸਾਡੇ ਦਾਦਾ ਜੀ ਮਹਿਤਾਬ ਸਿੰਘ, ਪਿਤਾ ਰਾਏ ਸਿੰਘ, ਨਾਨਾ ਸ਼ਾਮ ਸਿੰਘ, ਸਾਡੀ ਮਾਂ, ਹੋਰ ਵੱਡੇ ਗੁਰੂ ਕੇ ਸਿੱਖ ਭਾਈ ਸੁੱਕਾ ਸਿੰਘ ਜੀ ਵਰਗੇ, ਜਿਹੜੇ ਸਿੱਖਾਂ ਤੋਂ ਅਸੀਂ ਸੁਣੀ, ਜੋ ਇਤਿਹਾਸ ਅੱਖਾਂ ਨਾਲ ਡਿਠਿਆ, ਉਹ ਲਿਖਦੇ ਪਏ ਹਾਂ ਜੀ। ਔਰ ਪੁਰਾਤਨ ਤੇ ਵੀ ਸੁਣੀ, ਹੁਤੇ ਜੋ ਬਿਰਦ ਸਿੱਖ ਬਹੁ ਗੁਣੀ। ਹੋਰ ਪੁਰਾਤਨ ਸਿੰਘਾਂ ਦੇ ਵੀ ਦੀਦਾਰ ਕੀਤੇ। ਰਤਨ ਸਿੰਘ ਭੰਗੂ ਕਹਿੰਦੇ ਐਸੇ ਗੁਰਸਿੱਖ ਜਿਹੜੇ ਬੁੱਢੜੇ ਹੋ ਗਏ ਸਰੀਰ ਕਰਕੇ, ਜਿਨ੍ਹਾਂ ਦੀ ਉਮਰ ਬਹੁਤੀ ਹੋ ਗਈ, ਪਰ ਉਹਨਾਂ ਦੇ ਸਰੀਰਾਂ ਉੱਤੇ, ਉਹਨਾਂ ਦੇ ਹਿਰਦਿਆਂ ਉੱਤੇ ਉਹ ਜ਼ਖਮ ਹਜੇ ਵੀ ਅੱਲੇ ਸਨ, ਜਿਹੜੇ ਜ਼ਖਮ ਉਹਨਾਂ ਨੇ ਜੰਗਾਂ ਦੇ ਮੈਦਾਨ ਦੇ ਵਿੱਚ ਖਾਏ ਸਨ। ਕਹਿੰਦੇ ਜੇ ਇਹ 100 ਸਾਲ ਦਾ ਇਤਿਹਾਸ ਗੁਰੂ ਕੇ ਸਿੱਖੋ ਮਨਫੀ ਕਰ ਦੋਗੇ ਨਾ ਸਿੱਖ ਇਤਿਹਾਸ ਵਿੱਚੋਂ, ਫਿਰ ਕਾਸ ਜੋਗੇ ਨਹੀਂ ਰਹੋਗੇ, ਕੁਛ ਵੀ ਨਹੀਂ ਰਹਿਣਾ। ਅੱਜ ਸਰਦਾਰੀਆਂ ਨੇ, ਅੱਜ ਤਾਕਤਾਂ ਨੇ, ਅੱਜ ਸਾਡੇ ਕੋਲ ਗੁਰੂ ਕੇ ਬਖਸ਼ਿਸ਼ ਸਿਧਾਂਤ ਸਦਕੇ ਸਾਡੇ ਕੋਲ ਘਰ, ਕਾਰੋਬਾਰ, ਨੌਕਰੀਆਂ, ਸਰਕਾਰੀ ਨੌਕਰੀਆਂ, ਸਰਕਾਰੀ ਪਦਵੀਆਂ ਤੇ ਉੱਚੀਆਂ ਥਾਵਾਂ ਤੇ ਦਸਤਾਰਾਂ ਨੇ, ਫੌਜ ਦੇ ਸਰਦਾਰ ਵੀ ਸਿੰਘ ਨੇ, ਸਾਡੇ ਮੰਤਰੀ ਸੰਤਰੀ ਵੀ ਰਹੇ ਜਿਹੜੇ ਸੱਚੇ ਨੇ। ਇੱਥੋਂ ਤੱਕ ਕਿ ਪੂਰੇ ਧਰਤੀ ਦੇ ਉੱਤੇ ਬਹਿ ਪ੍ਰਗਟਿਓ ਚੇਲਾ ਮਰਦ ਕਾ ਮਰਦਾਨ ਸਦਾਏ, जिन सब पृथ्वी को जीत के निशान चुलाए। कनाडा, अमेरिका,
ਇੱਥੋਂ ਤੱਕ ਯੂਕੇ, ਯੂਰਪ, ਇਹਨਾਂ ਧਰਤੀਆਂ ਤੇ, ਆਸਟ੍ਰੇਲੀਆ ਵਰਗੀਆਂ ਧਰਤੀਆਂ ਤੇ, ਕੋਈ ਧਰਤੀ ਦਾ ਐਸਾ ਖਿੱਤਾ, ਚਾਈਨਾ ਤੱਕ, ਥਾਈਲੈਂਡ, ਸਿਆਮ ਦੇਸ਼ ਤੱਕ, ਇੱਥੋਂ ਤੱਕ ਹਾਂਗਕਾਂਗ, ਜਾਪਾਨ, ਇਹ ਇਲਾਕਾ ਛੱਡੋ, ਇਸ ਪਾਸੇ ਜੇ ਆਓ, ਦੁਬਈ, ਆਬੂ ਧਾਬੀ, ਇਹ ਸਾਰਾ ਇਲਾਕਾ ਅੱਗੇ ਜਿਹੜਾ ਚੜ੍ਹਦਾ ਵੀ ਤੇ ਲਹਿੰਦਾ ਵੀ, ਕੋਈ ਐਸੀ ਧਰਤੀ ਦਾ ਖਿੱਤਾ ਦਿਖਾ ਦਿਓ ਜਿੱਥੇ ਤੁਹਾਨੂੰ ਦਸਤਾਰ ਨਹੀਂ ਲੱਭੇਗੀ, ਜਿੱਥੇ ਤੁਹਾਨੂੰ ਗੁਰੂ ਕਾ ਦੁਆਰਾ ਨਹੀਂ ਲੱਭੇਗਾ। ਕਹਿੰਦੇ ਅੰਗਰੇਜ਼ਾਂ ਨੇ ਚਰਚ ਛੱਡ ਦਿੱਤੇ, ਉਹਨਾਂ ਚਰਚਾਂ ਵਿੱਚ ਅੱਜ ਗੁਰਦੁਆਰੇ ਬਣੇ ਪਏ ਨੇ, ਬਾਹਰ ਜਾ ਕੇ ਤੁਸੀਂ ਦੀਦਾਰ ਕਰੋ। ਕਹਿੰਦੇ ਉੱਥੇ ਉਹ ਧਰਮ ਤੋਂ ਮੁਨਕਰ ਹੋ ਗਏ, ਤੇ ਜਿਹੜੇ ਸਾਂਭਣ ਵਾਲੇ ਸਨ ਗੁਰੂ ਕੇ ਸਰਦਾਰ, ਜਿਨ੍ਹਾਂ ਨੇ ਨੰਗੇ ਪਿੰਡੇ, ਨੰਗੀ ਮਿਆਨ ਤਲਵਾਰਾਂ, ਨੰਗੀਆਂ ਤਲਵਾਰਾਂ ਲੈ ਕੇ 100 ਸਾਲ ਤਸ਼ੱਦਦ, 100 ਸਾਲ ਦੇ ਇਸ ਲੰਬੇ ਇਤਿਹਾਸ ਵਿੱਚ ਸਿੱਖ ਕੌਮ ਨੂੰ ਜਾਗਰਤ ਰੱਖਿਆ, ਇਹ ਸਿੱਖ ਦੀ ਅਣਖ ਨੂੰ ਜਾਗਰਤ ਰੱਖਿਆ। ਤੇ ਜਿਨ੍ਹਾਂ ਦਾ ਘਰ ਸੀ ਘੋੜਿਆਂ ਦੀਆਂ ਕਾਠੀਆਂ, ਜਿਨ੍ਹਾਂ ਦੇ ਮਖਮਲੀ ਬਿਸਤਰੇ ਸਨ, ਹਨੇ ਹਨੇ ਪਾਤਸ਼ਾਹੀ ਕਿ ਘੋੜੇ ਦੀਆਂ ਕਾਠੀਆਂ ਦੇ ਚਮੜੇ, ਜਿਨ੍ਹਾਂ ਦਾ ਖਾਣਾ ਪੀਣਾ, ਉੱਠਣਾ ਬਹਿਣਾ ਘੋੜੇ ਦੀਆਂ ਕਾਠੀਆਂ ਦੇ ਉੱਤੇ, ਉਹ ਮੁੱਠ ਭਰ ਕੇ ਛੋਲਿਆਂ ਨੂੰ ਬਦਾਮ ਕਹਿੰਦੇ ਸਨ, ਉਹ ਬਾਟਿਆਂ ਨੂੰ ਚੌਬਾਰਾ ਕਹਿੰਦੇ ਸਨ, ਗਲਾਸ ਨੂੰ ਚੌਬਾਰਾ, ਬਾਟਿਆਂ ਨੂੰ ਵਿਹੜਾ ਕਹਿੰਦੇ ਸੀ, ਦੁੱਧ ਨੂੰ ਸਮੁੰਦਰ ਕਹਿੰਦੇ ਸੀ, ਡਾਂਗ ਨੂੰ ਅਕਲਦਾਨ ਕਹਿੰਦੇ ਸੀ, ਉਹ ਜੋੜਿਆਂ ਨੂੰ ਚਰਨਦਾਸੀ ਅਣਥੱਕ ਸਵਾਰੀ ਕਹਿੰਦੇ ਸਨ। ਐਸੇ ਗੁਰੂ ਕੇ ਸਿੱਖ ਜਿਹੜੇ ਕੱਲੇ 1.25 ਲੱਖ ਖਾਲਸਾ ਤੁਰਿਆ ਫਿਰਦਾ, ਜੇ ਭੁੱਖੇ ਨੇ ਤੇ ਇਹ ਨਹੀਂ ਕਹਿਣਾ ਕਿ ਮਰ ਗਏ ਹਾਏ ਹਾਏ ਭੋਜਨ ਨਹੀਂ, ਕਹਿਣਾ ਕਿ ਗੁਰੂ ਦੀ ਕਿਰਪਾ ਨਾਲ ਲੰਗਰ ਮਸਤਾਨੇ ਹੋਏ ਫਿਰਦੇ ਨੇ, ਇਹ ਵੀ ਕਹੀ ਜਾਣਾ। ਤੇ ਜੇ ਪ੍ਰਸ਼ਾਦਾ ਬਣਾਉਣਾ ਤੇ ਹੁੱਕਾ ਮਾਰ ਕੇ ਦੁਸ਼ਮਣਾਂ ਨੂੰ ਵੀ ਪੁੱਛਣਾ ਪ੍ਰਸ਼ਾਦਾ ਤਿਆਰ ਹੈ, ਜੇ ਕੋਈ ਛਕਣ ਵਾਲਾ ਹੈ, ਕੋਈ ਗੁਰਬਤ ਦਾ ਮਾਰਾ, ਕੋਈ ਭੁੱਖ ਦਾ ਮਾਰਾ, ਤੇ ਆਓ ਗੁਰੂ ਕਾ ਲੰਗਰ ਚੱਲ ਰਿਹਾ। ਐਸੇ ਗੁਰੂ ਕੇ ਬਜ਼ੁਰਗ, ਐਸੇ ਪੁਰਾਤਨ ਸਿੱਖਾਂ ਨੂੰ ਵੀ, ਜਿਹੜੇ ਸਿੱਖ ਹੁਣ ਬਜ਼ੁਰਗ ਨੇ, ਆਪਣੇ ਦਾਦਿਆਂ, ਆਪਣੇ ਨਾਨਿਆਂ, ਪੜਦਾਦਿਆਂ, ਆਪਣੇ ਪਿਤਾ, ਆਪਣੇ ਪੁਰਖਾਂ ਤੋਂ ਤੇ ਸੁਣੀ ਮੈਂ, ਨਾਲ ਜਿਹੜੇ ਪੁਰਾਤਨ ਸਿੰਘ ਸਨ, ਜਿਹੜੇ ਹੋਰ ਪਿਛਲਾ ਇਤਿਹਾਸ ਜਾਣਦੇ ਸਨ, ਉਹ 18ਵੀਂ ਤੇ 17ਵੀਂ ਸਦੀ ਦੇ ਜਿਹੜੇ ਸਿੰਘਾਂ ਤੋਂ ਇਤਿਹਾਸ ਦੇਖਣ ਵਾਲੇ ਤੇ ਸੁਣਨ ਵਾਲੇ, ਉਹਨਾਂ ਤੋਂ ਵੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਐ, ਖੋਤੇ ਸੁਬਿਰਦ ਸਿੱਖ ਬਹੁ ਗੁਣੀ, ਜਿਹੜੇ ਸਿੱਖ ਸਨ ਜਹਬਿਦ, ਜਿਹੜੀ ਸਾਖੀ ਉਹਨਾਂ ਨੇ ਔਰ ਪੁਰਾਤਨ ਤੇ ਵੀ ਸੁਣੀ, ਉਹਨਾਂ ਪੁਰਾਤਨ ਸਿੰਘਾਂ ਤੋਂ ਸਾਖੀ ਸੁਣੀ ਹੈ। ਤੇ ਅੱਗੇ ਜ਼ਿਕਰ ਕੀਤਾ ਹੁਤੇ ਜੋ ਬਿਰਦ ਸਿੱਖ ਬਹੁ ਗੁਣੀ, ਗੁਰੂ ਕੇ ਸਿੱਖੋ, ਇਹਨਾਂ ਸਾਖੀਆਂ ਨੂੰ ਮੁਨਕਰ ਨਾ ਹੋਵੋ, ਇਹਨਾਂ ਸਾਖੀਆਂ ਬਾਰੇ ਸ਼ੰਕਾ ਨਾ ਪ੍ਰਗਟ ਕਰੋ। ਸਿੱਖਾਂ ਦੀ ਇਹ ਸਾਖੀਆਂ ਇਆਣਿਆਂ ਤੋਂ ਸਿਆਣਿਆਂ ਕਰਨ ਵਾਲੀ ਹੈ, ਸਾਨੂੰ ਸਾਡੇ ਮੂਰਖਾਂ ਨੂੰ ਗੁਣਵੰਤ ਗੁਣਵਾਨ ਬਣਾਉਣ ਵਾਲੀ ਹੈ। ਇਹ ਬਹੁ ਗੁਣੀ ਸਿੱਖਾਂ ਦੀ ਸਾਖੀਆਂ ਨੇ, ਜਿਨ੍ਹਾਂ ਨੇ ਸਭ ਤੋਂ ਔਖੇ ਵੇਲੇ ਵੀ ਕਦੀ ਇਹ ਨਹੀਂ ਕਿਹਾ ਕਿ ਕਿਹੜਾ ਲੋੜਾ ਆ ਗਿਆ, ਕਿਹੜੀ ਦਿੱਕਤ ਆ ਗਈ, ਕਿਹੜਾ ਸਿਰ ਤੇ ਪਹਾੜ ਟੁੱਟ ਗਿਆ। ਮੈਂ ਸਿਰਫ ਪੁਰਾਤਨ ਲਫ਼ਜ਼ ਵਰਤ ਰਿਹਾ, ਇਹਨੂੰ ਸਮਝਿਓ, ਜਿਹੜੇ ਪੁਰਾਤਨ ਲਫ਼ਜ਼ ਬਾਣੀ 'ਚ ਵੀ ਵਰਤੇ ਗਏ ਨੇ, ਕਿ ਕਿਹੜੀ ਐਸੀ ਗੱਲ ਆ ਗਈ ਜੇ ਖਾਣ ਨੂੰ ਕੁਝ ਨਹੀਂ ਹੈ, ਜੇ ਰਹਿਣ ਨੂੰ ਕੁਝ ਨਹੀਂ ਹੈ। ਭਾਵੇਂ ਬੀਕਾਨੇਰ ਦੇ ਮਰੂਥਲਾਂ ਦੇ ਵਿੱਚ ਪਹਾੜਾਂ 'ਚ ਗੁਰੂ ਕੇ ਸਿੱਖ ਰਹੇ, ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਸਿੱਖ ਰਹੇ, ਰੋਜ਼ ਜੰਗਲੀ ਜਾਨਵਰ ਜਿਹੜੇ ਖੂੰਖਾਰ, ਜਿਹੜੀ ਜਾਨ ਦੀ ਉਹਨਾਂ ਦੇ ਪਿੱਛੇ ਪਏ ਰਹਿੰਦੇ, ਉਹ ਤੇ ਛੱਡੋ, ਤੇ ਨਿਤ ਹੀ ਧਾੜਵੀ ਜਿਹੜੇ ਉਹਨਾਂ ਨੂੰ ਮਾਰਨ ਵਾਸਤੇ ਤਿਆਰ ਬੈਠੇ ਨੇ। ਪਰ ਉਹਨਾਂ ਗੁਰੂ ਕੇ ਸਿੱਖਾਂ ਨੇ ਹੁਤੇ ਜੋ ਬਿਰਧ ਸਿੱਖ ਬਹੁ ਗੁਣੀ, ਬੜੇ ਸਿਆਣੇ ਸਨ। ਸਿਆਣਿਆਂ ਦੀਆਂ ਬਾਤਾਂ ਸੁਣ ਕੇ ਅਸੀਂ ਵੀ ਕਿੱਥੇ ਥੋੜੇ ਸਿਆਣੇ ਹੋ ਸਕੀਏ ਜੀ। ਸੋ ਮੈਂ ਕਹੋ ਯਥਾ ਮਤ ਮਾਹੀ, ਮਨ ਤਨ ਪ੍ਰੀਤ ਭਾਉ ਭੈ ਦਾਹੀ। ਸੋ ਮੈਂ ਜਿਹੜੀ ਆਪਣੀ ਮਤ ਅਨੁਸਾਰ ਤੁਹਾਨੂੰ ਬਾਤ, ਇਹ ਸਾਖੀ, ਇਹ ਗਾਥਾ ਸੁਣਾਉਣ ਲੱਗਾ, ਤੇ ਬੜੀ ਮੈਂ ਸ਼ਰਧਾ ਭਾਵਨਾ ਨਾਲ ਸਿਰ ਝੁਕਾ ਕੇ ਤੁਹਾਡੇ ਅੱਗੇ ਸੰਗਤ ਜੀ ਬੇਨਤੀ ਕਰਦਾ ਕਿ ਇਹ ਜਿਹੜੀ ਗੱਲ ਮੈਂ ਕਰ ਰਿਹਾ, ਇਹ ਸੱਚ ਜਿਹੜੀ ਵਰਤੀ ਹੈ ਇਤਿਹਾਸ ਵਿੱਚ, ਜੋ ਮੇਰੀ ਮਤ ਨੇ ਸੁਣੀ, ਮੇਰੀ ਮਤ ਨੇ ਡਿੱਠੀ, ਮੇਰੀ ਮਤ ਨੇ ਜਾਣੀ, ਮੇਰੀ ਮਤ ਨੇ ਹੰਢਾਈ, ਉਹੀ ਆਪਣੀ ਮਤ ਰਾਹੀਂ ਮੈਂ ਤੁਹਾਨੂੰ ਸੁਣਾ ਰਿਹਾ। ਪਰ ਮਨ ਤਨ ਪ੍ਰੀਤ ਭਾਉ ਭੈ ਦਹੀ, ਐਵੇਂ ਨਹੀਂ ਸ਼ੰਕਾ ਕਰਕੇ ਤੁਸੀਂ ਤੁਰੇ ਜਾਣਾ, ਐਵੇਂ ਨਹੀਂ ਮਨ 'ਚ ਸ਼ੰਕਾ ਕਰ ਲਿਓ ਕਿਉਂ ਸੁਣਨੀਆਂ ਇਹ ਇਤਿਹਾਸਕ ਸਾਖੀਆਂ, ਅਸੀਂ ਕਿਉਂ ਸੁਣਾਉਣੀਆਂ ਆਪਣੇ ਬੱਚਿਆਂ ਨੂੰ, ਭਾਈ ਇਹ ਸਾਖੀਆਂ ਨਾਲ ਸਾਨੂੰ ਕੀ ਲੈਣਾ। ਅਸੀਂ ਕਹੀਏ ਭੁੱਲ ਜਾਓ ਸਾਰਾ ਕੁਝ, ਸਾਰਾ ਕੁਝ ਇਹ ਵੀ ਭੁੱਲ ਜਾਓ, ਇਹ ਵੀ ਭੁੱਲ ਜਾਓ। ਉਹ ਗੁਰੂ ਕੇ ਸਿੱਖੋ, ਭੁੱਲਣਾ ਹੈ ਤੇ ਫਿਰ ਇਹ ਵੀ ਭੁੱਲ ਜਾਓ ਕਿ ਸਾਡੀ ਜਾਤ ਗੋਤ ਕੀ ਹੈ, ਉਹ ਤੇ ਤੁਸੀਂ ਭੁੱਲਦੇ ਨਹੀਂ, ਉਹ ਤੇ ਭੁੱਲਦੇ ਨਹੀਂ। ਭੁੱਲਣਾ ਫਿਰ ਆਪਣੇ ਪਿਤਾ ਦਾਦੇ ਦਾ ਨਾਮ ਵੀ ਭੁੱਲ ਜਾਓ, ਉਹ ਤੁਸੀਂ ਭੁੱਲਦੇ ਨਹੀਂ।
ਕਹਿੰਦੇ ਫਿਰ ਕਿੰਨਾ ਕੁ ਸਾਡੇ ਅਸੀਂ ਲੈ ਕੇ ਆਏ ਹਾਂ ਆਪਣਾ ਪਰਿਵਾਰ ਦਾ ਸਾਰਾ, ਆਪਣੇ ਪੁੱਤਰਾਂ ਧੀਆਂ ਬਾਰੇ ਭੁੱਲਦੇ ਨਹੀਂ ਜਿਹੜੇ ਸਾਡੇ ਵਾਸਤੇ ਐਡੀਆਂ ਕੁਰਬਾਨੀਆਂ ਦੇ ਗਏ, ਉਹਨਾਂ ਵਾਸਤੇ ਅਸੀਂ ਸ਼ੰਕਾ ਕਰੀਏ, ਅਸੀਂ ਕਿਉਂ ਸੁਣੀਏ? ਨਹੀਂ, ਭਾਈ ਸਾਹਿਬ ਕਹਿੰਦੇ ਮਨ ਤਨ ਪ੍ਰੀਤ ਭਾਉ ਪੈਦਾ ਹੀ, ਮਨ ਦੀ ਪ੍ਰੀਤ, ਤਨ ਦੀ ਪ੍ਰੀਤ, ਹਿਰਦੇ ਦਾ ਭਾਉ, ਇਹ ਰੱਖ ਕੇ ਸੁਣਿਓ। ਦੇਖਿਓ ਇਹ ਜੀਵਨ ਤਬਦੀਲ ਕਰਨ ਕੀਆਂ ਸਾਖੀਆਂ। ਜਹ ਬਿਦ ਕਹੀ ਅੰਗਰੇਜਨ ਸੰਗ, ਰੱਖੋ ਉਥਾਨ ਕਾ ਸੋ ਪ੍ਰਸੰਗ। ਮਿਸਟਰ ਮੁਰੇ ਕਰਕੇ ਜਿਹੜਾ ਸਿੱਖ ਇਤਿਹਾਸ ਦਾ ਭੁੱਖਾ ਸੀ, ਲਿਖਣਾ ਚਾਹੁੰਦਾ ਸੀ, ਜਿਹਨੇ ਵਿਉਂਤ ਬਣਾਈ ਸੀ 360 ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕਰਕੇ, ਇਹ ਸਿੱਖਾਂ ਬਾਬਤ ਮੈਂ ਸਾਰੇ ਵਿਸ਼ਵ ਦੇ ਵਿੱਚ ਇਤਿਹਾਸ ਦੱਸਾਂ। ਇਹ ਕੌਣ ਨੇ? ਮਿਸਟਰ ਮਰੇ ਨੇ ਇਤਿਹਾਸ ਲਿਖਾਉਣ ਦੀ ਸ਼ੁਰੂਆਤ ਕੀਤੀ, ਪਰ ਉਹਨੂੰ ਇਤਿਹਾਸ ਗਲਤ ਥਾਂ ਤੋਂ ਮਿਲਣਾ ਸ਼ੁਰੂ ਹੋ ਗਿਆ, ਭਾਵ ਮੁਗਲਾਂ ਤੋਂ। ਬਹਾਦਰ ਸ਼ਾਹ ਦਾ ਜਿਹੜਾ ਪਿਤਾ ਸੀ ਉਹਨੇ ਗਲਤ ਇਤਿਹਾਸ, ਇਹ ਬਹਾਦਰ ਸ਼ਾਹ ਜ਼ਫਰ ਦੀ ਗੱਲ ਕਰ ਰਿਹਾ ਮੈਂ, ਬਹਾਦਰ ਸ਼ਾਹ ਜ਼ਫਰ ਦਾ ਜਿਹੜਾ ਆਖਰੀ ਬਾਦਸ਼ਾਹ ਹੈ ਇਸ ਧਰਤੀ ਦਾ, ਜਿਹੜਾ ਕਹਿੰਦਾ ਕਿ ਕਿਤਨਾ ਬਦ ਨਸੀਬ ਹੈ ਜ਼ਫਰ ਕਿ 2 ਗਜ਼ ਜ਼ਮੀਨ ਨਸੀਬ ਨਾ ਹੋਈ ਵਤਨੇ ਯਾਰ में, ਜਿਹਨੂੰ ਅੰਗਰੇਜ਼ਾਂ ਨੇ ਕਾਲੇ ਪਾਣੀ ਦੀ ਸਜ਼ਾ ਦੇ ਕੇ ਬਰਮਾ ਦੇ ਵਿੱਚ ਸੜਨ ਵਾਸਤੇ ਸੁੱਟ ਦਿੱਤਾ ਸੀ, ਜਿਹੜਾ ਆਪਣੇ ਅੰਤਮ ਦਿਨ ਇੱਕ ਕਾਲ ਕੋਠੜੀ ਵਿੱਚ ਸੜਦਾ ਹੋਇਆ, ਬੁਝਦਾ ਬੁਝ, ਬਿਲਕੁਲ ਬੁੱਝੜ ਬਣ ਕੇ ਆਪਣੇ ਆਪ ਨੂੰ ਸਾੜਦਾ ਹੋਇਆ, ਕੋਸਦਾ ਹੋਇਆ ਕਿ ਮੈਂ ਕਿੱਥੇ ਆਪਣੇ ਵਤਨ ਦਾ ਬਾਦਸ਼ਾਹ ਸਾਂ, ਅੱਜ ਕਿੱਥੇ ਮੈਂ ਸੜਦਾ ਪਿਆ ਇੱਕ ਕਾਲ ਕੋਠੜੀ 'ਚ। ਉੱਥੇ ਹੀ ਇਹ ਸੜਦਾ ਸੜਦਾ ਕਿਉਂ? ਗੁਰੂਆਂ ਨਾਲ ਜਿਉ ਇਹਨਾਂ ਨੇ ਭੈੜੀ ਅੰਦਰ ਦੀਆਂ ਬਿਰਤੀਆਂ ਰੱਖੀਆਂ, ਉਹੀ ਕੁਝ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਜਨਾ। ਅੱਜ ਇਹਨਾਂ ਦੇ ਪਰਿਵਾਰ ਵਾਲੇ ਰਿਕਸ਼ੇ ਚਲਾ ਰਹੇ ਨੇ, ਮੰਗਤੇ ਬਣੇ ਹੋਏ ਨੇ, ਪਰ ਇਹ ਥੋੜੀ ਹੈ ਕਿ ਅਸੀਂ ਕਿਸੇ ਕੌਮ ਨੂੰ ਜਾਂ ਕਿਸੇ ਧਰਮ ਨੂੰ ਮਾੜਾ ਆਖ ਰਹੇ ਹਾਂ। ਇੱਥੇ ਇੱਕ ਨਿੱਜ ਜਿਹੜੀ ਭਾਵਨਾ ਸੀ, ਜਿਹੜਾ ਉਹਨਾਂ ਨੇ ਗੁਰੂ ਕੇ ਦਰਬਾਰਾਂ ਨਾਲ, ਭਾਵ ਇਹ ਸਨ ਬਹਾਦਰ ਸ਼ਾਹ ਹੋਰਾਂ ਨੇ ਬੰਦਾ ਸਿੰਘ ਬਹਾਦਰ ਨਾਲ ਧੱਕਾ ਕੀਤਾ, ਬਹੁਤ ਜ਼ਿਆਦਾ ਸਿੱਖਾਂ ਨਾਲ ਧੱਕਾ ਕੀਤਾ, ਘੱਲੂ ਘਾਰੇ ਹੋਏ, ਤੁਹਾਨੂੰ ਪਤਾ ਹੈ। ਅਬਦਾਲੀ ਆਏ, ਨਾਦਰ ਆਏ, ਮੀਰ ਮੰਨੂ ਆਇਆ, ਕਿਹੜਾ ਇਹਨਾਂ ਨੇ ਸਿੱਖਾਂ ਨੂੰ ਛੱਡ ਦਿੱਤਾ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਗੁਰੂ ਕੇ ਸਿੱਖਾਂ ਦੀ ਐਸੀ ਵਿਉਂਤ ਹੈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੱਚ ਤੇ ਹੈ, ਮੰਨੂ ਵਰਗਾ ਆ ਕੇ ਵੱਢਦਾ ਗਿਆ, ਕਹਿੰਦੇ ਖਤਮ ਕਰੋ 35-35 ਸਿੰਘ ਔਰ 10-10 ਹਜ਼ਾਰ ਤੋਂ ਲੈ ਕੇ 25-25 ਹਜ਼ਾਰ ਤੱਕ ਇੱਕੋ ਦਿਨ ਦੇ ਵਿੱਚ ਸਿੱਖ ਸ਼ਹੀਦ ਹੋਏ ਨੇ, ਵੱਡੇ ਘੱਲੂ ਘਾਰੇ ਤੇ ਛੋਟੇ ਘੱਲੂ ਘਾਰੇ। ਜਦ 25,000 ਸਿੱਖ ਸ਼ਹੀਦ ਕੀਤਾ ਤੇ ਕਹਿੰਦੇ ਸਿੱਖਾਂ ਨੂੰ ਮਾਰਤਾ, ਕਹਿੰਦੇ ਪਰ ਫਿਰ ਵੀ ਸਿੱਖ ਨਹੀਂ ਮਰਦੇ, ਕਹਿੰਦੇ ਕਮਾਲ ਹੈ, ਕਹਿੰਦੇ ਇਹਨਾਂ ਨੂੰ ਮਾਰ ਕੌਣ ਸਕਦਾ ਹੈ? ਕੋਈ ਨਹੀਂ ਮਾਰ ਸਕਿਆ। ਸੋ ਮੈਂ ਇਹ ਸਾਖੀ ਸੁਣਾ ਰਿਹਾ। ਜਿਹੇ ਬਿਦ ਕਹੀ ਅੰਗਰੇਜ਼ਨ ਸੰਗ, ਗੋਰੇ ਆਏ ਮਿਸਟਰ ਮਰੇ ਨੇ ਲਿਖਵਾਉਣੀ ਸੀ। ਮੈਂ ਜਿਹੜੀ ਮਿਸਟਰ ਮਰੇ ਨੂੰ ਰੋਜ਼ ਲਿਖਵਾਉਂਦਾ ਸੀ, ਰੋਪੜ ਦੇ ਇਲਾਕੇ ਦੇ ਵਿੱਚ ਭਾਈ ਸਾਹਿਬ ਜੀ ਥੋੜਾ ਚਿਰ ਟਿਕੇ ਸਨ, ਲੁਧਿਆਣੇ ਵਿੱਚ ਮਿਸਟਰ ਮਰੇ ਸੀ, ਭਾਵ ਇਹਨਾਂ ਨੇ ਰੋਜ਼ ਜਾਣਾ ਤੇ ਇਤਿਹਾਸ ਲਿਖਵਾਉਣਾ। ਇਹਦੇ ਬਾਬਤ ਅੱਗੇ ਜ਼ਿਕਰ ਆਏਗਾ, ਦਾਸ ਹੁਣੇ ਵਿਸਥਾਰ ਨਹੀਂ ਕਰਦਾ। ਜਦ ਇਹ ਗਾਥਾ ਚਲੇਗੀ ਮਿਸਟਰ ਮਰੇ ਦੇ ਨਾਲ ਕਿਉਂ ਲਿਖਵਾਉਣਾ ਪਿਆ, ਕਿਸ ਤਰ੍ਹਾਂ ਹੋਇਆ, ਇਹ ਕੱਲ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ। ਜਿਵੇਂ ਉਹ ਰੋਜ਼ ਤੇ ਰੋਜ਼ ਅੰਗਰੇਜ਼ਾਂ ਨੂੰ ਲਿਖਾਉਂਦੇ ਸੀ ਮਿਸਟਰ ਮਰੇ ਨੂੰ, ਫਿਰ ਸ਼ਾਮੀ ਜਦ ਘਰ ਉੜਦੇ ਸਨ, ਘਰ ਪਹੁੰਚ ਕੇ ਫਿਰ ਉਹ ਸਾਰੀ ਗਾਥਾ ਭਾਈ ਰਤਨ ਸਿੰਘ ਭੱਗੂ ਕਹਿੰਦੇ ਮੈਂ ਕਲਮ ਬੰਦ ਕਰ ਦਿੱਤਾ ਸੀ। ਜੋ ਜੋ ਲਫ਼ਜ਼ ਬਾ ਲਫ਼ਜ਼ ਮੈਂ ਅੰਗਰੇਜ਼ਾਂ ਨੂੰ ਲਿਖਵਾਇਆ, ਉਹੀ ਨਾਲ ਦੇ ਨਾਲ ਮੈਂ ਲਿਖਿਆ। ਇਹ ਕਿਆ ਜੇ ਵਿੱਚ ਕਹੀ ਅੰਗਰੇਜ਼ਨ ਸੰਗ, ਰੱਖੋ ਉਥਾਨਕਾ ਸੋ ਪ੍ਰਸੰਗ। ਉਹੀ ਉਥਾਨਕਾ ਦੇ ਨਾਲ, ਉਹੀ ਪ੍ਰਸੰਗ ਦੇ ਨਾਲ ਮੈਂ ਉਸ ਸਾਖੀ ਨੂੰ ਇਹ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜੀ। ਹੁਤੋ ਟਬਾਈ ਫਰਾਂਸਿਸ ਫਿਰੰਗੀ, ਮਰਹਟਨ ਨੌਕਰ ਰਖਿਓ ਸੋ ਜੰਗੀ। ਮਰਠੀਆਂ ਦੀ ਗਾਥਾ ਸੁਣੋ ਭਾਈ। ਪੁਰਤਗਾਲੀਆਂ ਤੋਂ ਬਾਅਦ ਜਿਨ੍ਹਾਂ ਨੇ ਰਾਜ ਕੀਤਾ ਉਹ ਹੈ ਫਰਾਂਸੀਸੀ, ਫ੍ਰੈਂਚ ਪੀਪਲ। ਪੋਰਤਗੀਜ਼ ਪੀਪਲਾਂ ਨੇ ਸਭ ਤੋਂ ਪਹਿਲਾਂ ਰਾਜ ਕੀਤਾ। ਪੁਰਤਗਾਲ, ਹਾਂ ਜੇ ਤੁਸੀਂ ਦੇਖਣਾ ਹੈ ਕੁਝ ਫਿਰ ਗੋਆ ਜਾ ਕੇ ਦੇਖ ਲਓ। ਪੁਰਤਗਾਲਾਂ ਨੇ ਜਿੱਥੇ ਰਾਜ ਕੀਤਾ ਤੇ ਉਹਨਾਂ ਦੀ ਹਜੇ ਤੱਕ ਸੱਭਿਅਤਾ ਦੀ ਖੁਸ਼ਬੂ ਵਾਸਕੋ ਡਿਗਾਮਾ ਆ ਗੋਆ ਵਰਗੇ ਥਾਵਾਂ ਤੇ ਤੁਹਾਨੂੰ ਮਿਲਦੀ ਹੈ। ਇਹ ਕੌਣ ਸਨ? ਵਾਸਕੋ ਡਿਗਾਮਾ ਹੋਈ, ਇਹ ਪੁਰਤਗਾਲੀ ਸਨ, ਪੁਰਤਗੀਜ਼ ਸਨ। ਇਹਨਾਂ ਨੇ ਸਭ ਤੋਂ ਪਹਿਲਾਂ
ਯਾਤਰਾਵਾਂ ਸ਼ੁਰੂ ਕਰਕੇ ਦੂਜੇ ਵਤਨਾਂ ਨੂੰ, ਦੂਜੇ ਦੇਸ਼ਾਂ ਨੂੰ, ਦੂਜੀਆਂ ਹੱਦਾਂ ਵਿੱਚ ਜਾ ਕੇ ਆਪਣੇ ਝੰਡੇ ਚਲਾਉਣ ਦਾ ਯਤਨ ਕੀਤਾ, ਆਪਣੇ ਸਿੱਕੇ ਚਲਾਉਣ ਦਾ ਯਤਨ ਕੀਤਾ, ਜ਼ਮੀਨਾਂ ਤੇ ਕਬਜ਼ੇ ਕੀਤੇ। ਪੁਰਤਗਾਲੀਆਂ ਤੋਂ ਬਾਅਦ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਡੇ ਦੇਸ਼ ਵੱਲ ਨਜ਼ਰਾਂ ਕੀਤੀਆਂ ਉਹ ਸਨ ਫ੍ਰੈਂਚ ਪੀਪਲ, ਫਰਾਂਸੀਸੀ। ਹੁਣ ਇਹ ਗਾਥਾ ਫਰਾਂਸੀਸੀ ਜਾਂ ਅਸੀਂ ਕਹਿੰਦੇ ਹਾਂ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ। ਅੰਗਰੇਜ਼ਾਂ ਨੂੰ ਤਾਕਤਾਂ ਕਿਹਨੇ ਦਿੱਤੀਆਂ? ਹੁਣ ਅਸੀਂ ਕਹਿੰਦੇ ਹਾਂ ਕਿ ਅੰਗਰੇਜ਼ ਜਿਹੜੇ ਆਏ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਆਏ, ਜਾਂ ਅਸੀਂ ਕਹਿੰਦੇ ਹਾਂ 1839, 1840, 1840 ਲਾਰਡ ਡਲਹੌਜ਼ੀ ਦੇ ਅਧੀਨ ਹੈਨਰੀ ਲਾਰੈਂਸ ਤੇ ਜੌਨ ਲਾਰੈਂਸ ਆਏ। ਪਰ ਸੱਚ ਤੇ ਇਹ ਹੈ ਕਿ ਜਿੰਨਾ ਕੁੱਲ ਰਾਜ ਇਹਨਾਂ ਨੇ ਭਾਰਤ ਦੇਸ਼ ਉੱਤੇ ਕੀਤਾ, ਉਸ 300 ਸਾਲ ਦੇ ਰਾਜ ਵਿੱਚ ਸਿਰਫ ਇਹ 98 ਸਾਲ ਹੀ ਪੰਜਾਬ ਤੇ ਰਾਜ ਕਰ ਸਕੇ। ਕਾਰਨ ਕੀ ਸੀ? ਸਿੱਖਾਂ ਦੀਆਂ ਹੱਦਾਂ ਇੰਨੀਆਂ ਮਜ਼ਬੂਤ ਸਨ। ਮਿਸਲਾਂ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦੇ ਐ ਪੂਰੇ ਸਰੂਪ ਕੋਠੇ ਕੋਠੇ ਤੱਕ ਲੱਗਦੇ, ਸਿੱਖਾਂ ਦੇ ਕੱਦ, ਉਹਨਾਂ ਦੀ ਚੜ੍ਹਦੀ ਕਲਾ, ਕਿੰਨੇ ਕਿੰਨੇ ਮਣ ਦਾ ਲੋਹਾ ਆਪਣੇ ਪਿੰਡੇ ਤੇ, ਚੱਕਰ, ਕੜੇ, ਸ਼ਸਤਰ ਬਸਤਰ, ਦੁਮਾਲੇ, ਘੋੜੇ, ਇਹ ਸਾਰਾ ਕੁਝ ਲੈ ਕੇ ਜਿਹੜੇ ਸਰਬ ਕਲਾ ਸਮਰੱਥ ਗੁਰੂ ਕੇ ਸਿੱਖ ਗੁਰੂ ਕੀ ਕਿਰਪਾ ਦੇ ਨਾਲ ਸਮਰੱਥ ਸਨ। ਇਹ ਨਹੀਂ ਕੋਈ ਆਪਣੇ, ਕਿਉਂਕਿ ਜੇ ਗੁਰੂ ਹੈ ਤੇ ਗੁਰੂ ਕਾ ਸਿੱਖ ਕਹਿੰਦਾ ਹਮ ਰਾਖਤ ਪਾਤਸ਼ਾਹੀ ਦਾਵਾ। ਇਹ ਪਾਤਸ਼ਾਹੀ ਦਾਵਾ ਰੱਖਿਆ। ਗੁਰੂ ਕੇ ਸਿੱਖਾਂ ਨੇ ਆਖਿਆ ਖਾਲਸਾ ਖੁਦ ਖੁਦਾ, ਕਿ ਕੀ ਭੇਤ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਕਿਰਪਾ ਕੀਤੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਸਾਰਾ ਤੇਜ ਉਹਦੇ ਵਿੱਚ ਹੈ ਕਿ ਖਾਲਸਾ ਗੁਰੂ, ਗੁਰੂ ਖਾਲਸਾ कीनो मैं अब, जैसे गुरु नानक अंगद को कीन, शंक ना करीजिए सावधान हुए लीजिए, अब अमृत छकाए मोहे जैसे तुम लीन। गुरु के खालसे दियां ये साखियां शुरू हुईयां। पहला इत्थे मरठे सन, मरठियां दा राज चलदा सी। मरठियां दा राज बड़ा डाडा सी। इन्हां ने अपने राज नूं बहुत दूर दूर तक फैलाया। पर जिस वेले अबदाली ते नादर आए, ਇਹ ਅਰਾਵਲੀ ਪਹਾੜੀਆਂ ਤੇ ਉੱਤੇ ਚੜ ਗਏ। ਇਹਨਾਂ ਨੇ ਮਰਾਠਿਆਂ ਭਾਵ ਮਰਾਠਿਆਂ ਨੇ ਕਦੀ ਅਬਦਾਲੀ ਨੂੰ ਜਿਸ ਵੇਲੇ ਉਹ ਵੜਿਆ ਸੀ ਉਹਨੂੰ ਰੋਕਿਆ ਨਹੀਂ, ਉਸ ਵੇਲੇ ਉਹਨੂੰ ਡਕਿਆ ਨਹੀਂ, ਉਹਨੂੰ ਰੋਕ ਨਾ ਸਕੇ, ਨਾ ਹੀ ਇਹ ਰੋਕ ਸਕੇ ਤੇ ਨਾ ਰਾਜਪੂਤਾਨਾ ਰੋਕ ਸਕੇ। ਇਹ ਸਾਰੇ ਹੀ ਜਿਹੜੇ ਰਾਜਸਥਾਨ ਦੀਆਂ ਪਹਾੜੀਆਂ ਆ ਜਿਹੜੀਆਂ ਹਿਲਸ ਲੱਗਦੀਆਂ ਨੇ, ਗਾਂ ਫਿਰ ਮਹਾਰਾਸ਼ਟਰ ਦੀਆਂ ਅਰਾਵਲੀ, ਇਹ ਚੜ ਗਏ ਪਹਾੜਾਂ, ਇਹ ਕੰਦਰਾਂ ਤੋਂ ਥੱਲੇ ਹੀ ਨਹੀਂ ਆਏ, ਇਹਨਾਂ ਨੇ ਸਾਹਮਣਾ ਹੀ ਨਹੀਂ ਕੀਤਾ। ਪਰ ਜਦ ਸਾਹਮਣਾ ਹੋਇਆ ਤੇ ਫਿਰ ਅਬਦਾਲੀ ਪਾਣੀਪਤ ਦੇ ਮੈਦਾਨ 'ਚ ਇਹਨਾਂ ਨੂੰ ਧੂੜ ਚਟਾ ਕੇ ਚਲਾ ਗਿਆ। ਫਿਰ ਕਹਿੰਦੇ ਐਸੀ ਸੱਟ ਮਾਰੀ ਮੁੜ ਕੇ ਇਹ ਉੱਠ ਨਾ ਸਕੇ। ਫਿਰ ਆਪਣੇ ਰਾਜ ਭਾਗਾਂ ਤੋਂ ਵੀ ਸਭ ਕੁਝ ਇਹ ਕਹਿੰਦੇ ਮਰਾਠਿਆਂ ਦਾ ਰਾਜ ਤਾਂ ਸੀ। ਮਰਾਠਿਆਂ ਦੇ ਸਮੇਂ ਵਿੱਚ ਫਰਾਂਸੀਸੀ ਜਿਹੜੇ ਸਨ ਉਹ ਆਏ ਸਨ ਸਾਡੇ ਦੇਸ਼ ਵਿੱਚ ਨੌਕਰੀਆਂ ਕਰਨ। ਇਹਨਾਂ ਨੇ ਮਰਾਠਿਆਂ ਕੋਲ ਆ ਕੇ ਨੌਕਰੀ ਕੀਤੀ ਫੌਜ ਦੇ ਵਿੱਚ। ਤੁਸੀਂ ਕਹੋਗੇ ਫਿਰ ਤੇ ਮਰਾਠੇ ਬੜੇ ਵੱਡੇ ਹੋਏ। हैरान ना होयो, महाराजा रणजीत सिंह दे दरबार दे विच एक नहीं कई फ्रांसीसी ते कई गोरे नौकरियां करते सन। फौज दे सूबेदार कई गोरे सन जिहड़े उथे चर्चे हुंदे सन। जे इस धरती ते सब तो अमीर मुल्क है वो है पंजाब। जे सब तो बादशाह तगड़ा बादशाह, जिस बादशाह दे मन च कदी भी किसी नूं मारन दा कोई फुरना ही नहीं है, वो हैरान हुंदे सी। ਕਹਿੰਦੇ ਇਸ ਤੋਂ ਪਹਿਲਾਂ ਜਿੰਨੀਆਂ ਤਾਕਤਾਂ ਆਈਆਂ, ਭਾਵੇਂ ਉਹ ਅਲੈਗਜ਼ੈਂਡਰ ਆਇਆ, ਸਿਕੰਦਰ ਆਇਆ, ਭਾਵੇਂ ਉਸ ਤੋਂ ਬਾਅਦ ਪਠਾਨ ਆਏ, ਮੁਗਲ ਆਏ, ਲੋਧੀ ਸਲਤਨਤ ਆਈ, ਭਾਵੇਂ ਤੁਗਲਕ ਆਈ, ਇਹਨਾਂ ਸਾਰੀਆਂ ਸਲਤਨਤਾਂ ਕੋਲ ਤਾਕਤਾਂ ਆਈਆਂ। ਪਰ ਇਹਨਾਂ ਤਾਕਤਾਂ ਨੇ ਘੱਲੂਕਾਰੀ ਕੀਤੇ, ਹੋਲੋਕਾਸਟ ਕੀਤੇ, ਪਾਪ ਕੀ ਜੰਜ ਲੈ ਕਾਬਲੋਂ ਤਾਇਆ। ਪਰ ਹੈਰਾਨੀ ਦੀ ਗੱਲ ਹੈ ਕਿ ਜਦ ਸਿੱਖਾਂ ਕੋਲ ਤਾਕਤਾਂ ਆਈਆਂ, ਕਹਿੰਦੇ ਇਹਨਾਂ ਨੇ ਘੱਲੂਕਾਰੇ ਨਹੀਂ ਕੀਤੇ, ਕਹਿੰਦੇ ਇਹਨਾਂ ਨੇ ਤੇ ਦੌਲਤਾਂ ਵੰਡੀਆਂ, ਇਹਨਾਂ ਨੇ ਤੇ ਗਲਵਕੜੀਆਂ ਲਾਈਆਂ। ਕਿਥੇ ਮਹਾਰਾਜਾ ਰਣਜੀਤ ਸਿੰਘ ਵੈਸ਼ਨੂ ਦੇਵੀ ਸੋਨਾ ਦੇ ਰਿਹਾ, ਕਿਥੇ ਰਾਮ ਤੀਰਥ ਦੇ ਮੰਦਿਰ ਨੂੰ ਬਣਵਾ ਰਿਹਾ, ਸੋਨਾ ਦੇ ਰਿਹਾ, ਕਿਥੇ ਮਸੀਤਾਂ ਬਣਵਾ ਰਿਹਾ। ਕਮਾਲ ਦੀ ਗੱਲ ਹੈ। ਕਹਿੰਦੇ ਕਾਰਨ ਕੀ ਹੈ? ਕਾਰਨ ਇਹ ਨਿਕਲਿਆ ਕਿ ਇਹਨਾਂ ਦੀ ਸਿੱਖਾਂ ਦੀ ਕੋਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਹੋਲੋਕਾਸਟ ਹੀ ਨਹੀਂ ਪਿਆ ਹੋਇਆ। ਇਹਨਾਂ ਦੀ ਕੌਨਸ਼ੀਅਸਨੈਸ 'ਚ ਕਿੱਥੇ ਵੀ ਘੱਲੂਕਾਰਾ ਨਹੀਂ ਹੈ, ਇਹਨਾਂ ਨੇ ਮਾਰਨਾ ਹੀ ਨਹੀਂ ਕਿਸੇ ਨੂੰ। ਇਹ ਤੇ ਜਦ ਅਰਦਾਸ ਦੀ ਵੀ ਸਮਾਪਤੀ ਕਰਦੇ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਹਿੰਦੇ ਇਹ ਤੇ ਕਿਸੇ ਨੂੰ ਨਹੀਂ ਮਾਰਦੇ।
ਇਹਨਾਂ ਦੇ ਵਿੱਚ ਮਾਰਨਾ ਪਿਆ ਹੀ ਨਹੀਂ ਹੋਇਆ। ਪਰ ਸੱਚ ਗੱਲ ਇਹ ਹੈ, ਇਹ ਇੰਨੇ ਮਦਦਗਾਰ, ਇੰਨੇ ਪ੍ਰੇਮ ਕਰਨ ਵਾਲੇ ਨੇ। ਕਹਿੰਦੇ ਕੈਸਾ ਰਾਜ ਚਲਾਇਆ ਮਹਾਰਾਜਾ ਰਣਜੀਤ ਸਿੰਘ ਨੇ। ਕਹਿੰਦੇ ਇੱਕ ਵੀ ਬੰਦੇ ਨੂੰ ਨਹੀਂ ਮਾਰਿਆ ਕਦੇ। ਕਹਿੰਦੇ ਉੱਥੇ ਲਾਹੌਰ ਦੇ ਵਿੱਚ ਕਤਲੋਗਾਰਤ ਹੋਈ ਤਾਂ ਵੀ ਇਹ ਮਿਠਾਈਆਂ, ਇਹਨੇ ਦੌਲਤਾਂ ਵੰਡੀਆਂ ਲੋਕਾਂ ਨੂੰ, ਕੋਈ ਨਹੀਂ ਹੁਣ ਜੇ ਨੁਕਸਾਨ ਵੀ ਹੋਇਆ ਤੇ ਤੁਸੀਂ ਆਪਣਾ ਜੀਵਨ ਚੰਗਾ ਬਤੀਤ ਕਰੋ। ਕਹਿੰਦੇ ਇਹਦੇ ਹੀ ਫਿਰ ਜਿਹੜੇ ਅੱਗੇ ਸਿਪਾ ਸਲਾਰ, ਇਹਦੇ ਸਿਪਾਹੀ, ਇਹਦੇ ਵਜ਼ੀਰ ਹੋਏ ਨੇ, ਭਾਵੇਂ ਉਹ ਵੱਡੇ ਵੱਡੇ ਹੋਏ ਨੇ, ਨਲਵੇ ਵਰਗੇ। ਕਹਿੰਦੇ ਨਲਵੇ ਦੇ ਜਿੱਥੇ ਅਫਗਾਨਿਸਤਾਨ ਵਰਗੇ ਜਿੱਥੇ ਕਿਲਿਆਂ ਦੇ ਵਿੱਚ ਇਹਦਾ ਰਾਜ ਹੋਇਆ, ਐਡੀ ਦਹਿਸ਼ਤ ਸੀ ਨਲਵੇ ਦੀ। ਕਹਿੰਦੇ ਨਲਵੇ ਦੇ ਰਾਜ ਵਿੱਚ ਕਿਸੇ ਨੂੰ ਕਤਲ ਦੀ ਸਜ਼ਾ ਨਹੀਂ ਮਿਲੀ ਅੱਜ ਤੱਕ। ਕਹਿੰਦੇ ਫਾਂਸੀ ਦੇਣ ਦਾ ਵਿਧਾਨ ਹੀ ਖਤਮ ਹੋ ਗਿਆ ਸੀ ਸਿੱਖਾਂ ਦੇ ਰਾਜ ਵਿੱਚ। ਕਹਿੰਦੇ ਐਡੀ ਕਮਾਲ ਦੀ ਰਾਜ ਸੱਤਾ। ਕਹਿੰਦੇ ਜਿਹੜਾ ਰਾਜ ਇਹਨਾਂ ਨੇ ਕੀਤਾ, ਐਸਾ ਰਾਜ ਇਸ ਧਰਤੀ ਤੇ ਕਿਸੇ ਨੇ ਨਹੀਂ ਕੀਤਾ। ਇਹ ਰਾਜ ਦੀ ਜਿਹੜੀਆਂ ਬਾਤਾਂ ਨੇ ਅੱਗੇ ਕਰਾਂਗੇ ਕਿ ਗੋਰੇ ਫਰਾਂਸੀਸੀ ਆਪਣੇ ਦੇਸ਼ਾਂ ਨੂੰ ਛੱਡ ਕੇ ਇੱਥੇ ਆਏ ਮਹਾਰਾਜਾ ਰਣਜੀਤ ਸਿੰਘ ਕੋਲ ਕਿ ਸਾਨੂੰ ਨੌਕਰੀਆਂ 'ਚ ਰੱਖ ਲਓ, ਕਿਉਂਕਿ ਦੌਲਤ ਬੜੀ ਹੈ, ਸ਼ੋਹਰਤ ਬੜੀ ਹੈ, ਤਾਕਤ ਬੜੀ ਹੈ। ਕਿੱਥੇ ਦਰਾਏ ਖੈਬਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਦਾ ਇਹ ਇਤਿਹਾਸ ਜਿਹੜਾ ਰਾਜ ਸੀ, ਪੰਜਾਬ ਸੀ ਵੱਡਾ। ਕਹਿੰਦੇ ਮਰੱਠਿਆਂ ਦਾ ਰਾਜ ਸੀ। ਮਰੱਠਿਆਂ ਦੇ ਰਾਜ ਦੇ ਵਿੱਚ ਜਬਾਈ ਨਾਮ ਦਾ ਇੱਕ ਫਰਾਂਸੀਸੀ ਆਇਆ, ਜਿਹੜਾ ਫਰਾਂਸੀਸੀ ਮਰਾਠਿਆਂ ਦੇ ਰਾਜ ਦੇ ਵਿੱਚ ਨੌਕਰੀ ਲੈਣ ਆਇਆ ਤੇ ਮਰਾਠਿਆਂ ਨੇ ਇਹਨੂੰ ਨੌਕਰੀ ਵਿੱਚ ਰੱਖ ਲਿਆ ਕਿਉਂਕਿ ਇਹ ਸਿਆਣਾ ਬੜਾ ਸੀ। ਉਸ ਡਬਾਈ ਤੋਂ ਉਹਨਾਂ ਮਰਾਠੀਆਂ ਨੇ ਆਪਣੇ ਮਰਾਠੇ ਲੋਕਾਂ ਦੀ ਫੌਜ ਨੂੰ ਟ੍ਰੇਨਿੰਗ ਦਿਵਾਉਣਾ ਸ਼ੁਰੂ ਕੀਤਾ ਕਿ ਜਿਹੜਾ ਤੇਰਾ ਐਕਸਪੀਰੀਅੰਸ ਹੈ, ਫ੍ਰੈਂਚ ਐਕਸਪੀਰੀਅੰਸ, ਤੂੰ ਉਸ ਐਕਸਪੀਰੀਅੰਸ ਤੋਂ ਡਰੈਸ ਚੇਂਜ ਕੀਤਾ, ਚਾਲ ਢਾਲ ਚੇਂਜ ਕੀਤੀ, ਬਾਡੀ ਲੈਂਗੁਏਜ ਚੇਂਜ ਕੀਤੀ, ਜੰਗ ਦੀਆਂ ਨੀਤੀਆਂ ਚੇਂਜ ਕੀਤੀਆਂ। ਸੋ ਖੁਤੋ ਡਬਾਈ ਫਰਾਂਸੀਸੀ ਫਿਰੰਗੀ, ਇੱਕ ਫਿਰੰਗੀ ਅੰਗਰੇਜ਼, ਫ੍ਰੈਂਚ ਜਿਹੜਾ ਫੋਰਨਰ ਸੀ, ਫ੍ਰੈਂਚ ਜਿਹੜਾ ਗੋਰਾ ਸੀ, ਉਹ ਆਇਆ ਡਬਾਈ, ਉਹਦਾ ਨਾਮ ਸੀ। ਮਰਟਨ ਨੌਕਰ ਰੱਖਿਓ ਸੋ ਜੰਗੀ, ਉਹਨੂੰ ਜੰਗ ਦੇ ਮੈਦਾਨ ਦੇ ਵਿੱਚ ਮਰਾਠਿਆਂ ਨੇ ਨੌਕਰ ਰੱਖਿਆ ਜੀ। ਇੱਕ ਕੰਪੂ ਤਿਸ ਸੁਪਰਦ ਕਰ ਦਿਓ, ਬਹੁਤ ਬਰਸ ਸੋ ਚਾਕਰ ਰਹਿਓ। ਹੁਣ ਕੰਪੂ ਦਾ ਮਤਲਬ ਹੈ ਕੰਪਨੀ, ਜਿਹਨੂੰ ਅਸੀਂ ਫੌਜ ਦੀ ਕੰਪਨੀ ਕਹਿੰਦੇ ਆ। ਹੁਣ ਇਹਨਾਂ ਅੰਗਰੇਜ਼ੀ ਦੇ ਲਫ਼ਜ਼ਾਂ ਨੂੰ ਰਤਨ ਸਿੰਘ ਭੰਗੂ ਨੇ ਆਪਣੀ ਸ਼ਬਦਾਵਲੀ ਵਿੱਚ ਰਚਿਆ। ਉਹ ਤੇ ਉਸ ਵੇਲੇ ਕੰਪਨੀ ਕਹਿੰਦੇ ਸਨ ਅੰਗਰੇਜ਼, ਕਿਉਂਕਿ ਅੰਗਰੇਜ਼ਾਂ ਨੂੰ ਇਤਿਹਾਸ ਲਿਖਾਇਆ ਜਾ ਰਿਹਾ। ਉਸ ਇਤਿਹਾਸ ਨੂੰ ਸਿੱਖ ਜਗਤ ਦੇ ਵਿੱਚ ਸਾਹਮਣੇ ਰੱਖਣ ਲਈ ਤੇ ਉਹ ਪੁਰਾਤਨ ਬੋਲੀ ਵੀ ਰੱਖੀ, ਮਰਿਆਦਾ ਵੀ ਰੱਖੀ ਤੇ ਭਾਸ਼ਾ ਨੂੰ ਸਮਝਣ ਦੀ ਇੱਕ ਵਿਧ ਵੀ ਰੱਖੀ ਕਿ ਕੰਪੂ ਦਾ ਮਤਲਬ ਹੈ ਕੰਪਨੀ। ਮਰਾਠਿਆਂ ਨੇ ਉਹਨਾਂ ਨੂੰ ਇੱਕ ਕੰਪਨੀ, ਉਸ ਜਿਹੜਾ ਡਪਾਈ ਫ੍ਰਾਂਸੀਸੀ ਗੋਰਾ ਸੀ, ਅੰਗਰੇਜ਼ ਸੀ, ਉਹਨੂੰ ਇੱਕ ਕੰਪਨੀ, ਇੱਕ ਬ੍ਰਿਗੇਡ ਤਿਆਰ ਕਰਕੇ ਦੇਤੀ ਕਿ ਬਈ ਆ ਇੰਨੇ ਮਰਾਠੇ ਤੇਰੀ ਫੌਜ ਦੇ ਵਿੱਚ ਦੇ ਦਿੰਦੇ ਆ, ਤੂੰ ਇਹਨਾਂ ਨੂੰ ਸਾਂਭ, ਇਹ ਤੇਰੀ ਬ੍ਰਿਗੇਡ ਹੈ, ਤੇਰੀ ਕੰਪਨੀ ਬਣਾਤੀ, ਤੈਨੂੰ ਖੁੱਲ ਆਜ਼ਾਦੀ ਹੈ। ਸਾਡੇ ਮਰਾਠਿਆਂ ਦੇ ਰਾਜ ਦਾ ਝੰਡਾ ਹੋਰ ਬੁਲੰਦ ਕਰ, ਜਿੱਥੇ ਮਰਜੀ ਜਾ, ਇਸ ਕੰਪਨੀ ਦੇ ਨਾਲ ਜੰਗਾਂ ਲੜ, ਯੁੱਧ ਲੜ ਤੇ ਸਾਡਾ ਝੰਡਾ, ਸਾਡਾ ਰਾਜ ਬੁਲੰਦ ਕਰ। ਇਹ ਜ਼ਿਕਰ ਕੀਤਾ ਇੱਕ ਕੰਪੂ ਤੇ ਸੁਪਰਦ ਕਰ ਦਿਓ, ਬਹੁਤ ਬਰਸ ਸੋ ਚਾਕਰ ਰਹੇ ਹੋ। ਬੜਾ ਸਾਲ ਉਸ ਫਰੰਗੀ ਨੇ, ਡਪਾਈ ਨੇ ਮਰਾਠਿਆਂ ਦੇ ਅਧੀਨ ਆਪਣੀ ਕੰਪਨੀ, ਆਪਣੀ ਬ੍ਰਿਗੇਡਰ ਦੇ ਨਾਲ ਬੜੇ ਕਬਜ਼ੇ ਕੀਤੇ ਤੇ ਮਰਾਠਿਆਂ ਦਾ ਰਾਜ ਦਾ ਨੌਕਰ ਰਿਹਾ ਜੀ। ਭਇਓ ਬੂਢੋ ਤੋ ਤਕਿਓ ਵਤਨ, ਤਰਿਓ ਬੇਜ ਸਭ ਆਪਨ ਜਤਨ। ਜਦ ਉਹ ਟਪਈ ਹੋਇਆ ਬਜ਼ੁਰਗ ਮਰਾਠਿਆਂ ਦੇ ਰਾਜ ਵਿੱਚ, ਉਹਦੇ ਮਨ 'ਚ ਖਿਆਲ ਆਇਆ ਕਿ ਹੁਣ ਤੇ ਮੈਂ ਬਜ਼ੁਰਗ ਹੋ ਰਿਹਾ, ਮੇਰਾ ਸਾਰਾ ਪਰਿਵਾਰ ਫਰਾਂਸ ਹੀ ਹੈ, ਮੈਂ ਹੁਣ ਇੱਥੇ ਕੀ ਮਰਨਾ, ਮੈਂ ਤੇ ਫਰਾਂਸ ਹੀ ਜਾਵਾਂ, ਆਪਣੇ ਬੱਚਿਆਂ ਕੋਲ, ਆਪਣੇ ਪੋਤਿਆਂ ਦੋਤਿਆਂ ਕੋਲ ਥੋੜਾ ਸਮਾਂ ਉੱਤੇ ਰੱਖਾਂ। ਜਿੰਨਾ ਉਹਨੇ ਰਾਜ ਸੱਤਾ, ਰਾਜ ਭਾਗ, ਸ਼ਸਤਰ, ਤੰਤਰ, ਮੰਤਰ, ਜਿੰਨਾ ਜੋ ਹੁੰਦਾ ਸੀ ਉਹਦੇ ਕੋਲ ਇਕੱਠਾ, ਜਿਹੜਾ ਲੁੱਟ ਸੁੱਟ ਕਰਕੇ ਉਹਨੇ ਇਕੱਠਾ ਕੀਤਾ, ਜਿਹੜਾ ਸੋਨਾ ਚਾਂਦੀ ਹੀਰਾ ਘਰ ਦਾ ਸਾਰਾ ਕੁਝ ਜਿੰਨਾ ਇਕੱਠਾ ਕੀਤਾ, ਉਹਨੇ ਉਹਦਾ ਨਿਲਾਮੀ ਲਾਤੀ, ਵੇਚਣ ਲਾਤਾ। ਜਦੋਂ ਉਹਨੇ ਵੇਚਣ ਲਾਤਾ ਕਿ ਬਈ ਮੈਂ ਵੇਚ ਕੇ ਪੈਸੇ ਖੱਟਾਂ ਤੇ ਆਪਣੇ ਮੁਲਕ ਵਾਪਸ ਜਾਵਾਂ, ਹੁਣ ਇੱਕ ਉਹਨੇ ਭਇਓ ਬੂਢੋ ਤੋ ਤਕਿਓ ਵਤਨ, ਤੁਰਿਓ ਵੇਚ, ਕਹਿੰਦੇ ਤਰਿਓ ਵੇਚ ਸਭ ਆਪਨ ਜਤਨ, ਜਤਨ ਦੇ ਨਾਲ ਜਿੰਨਾ ਕੁਝ, ਭਾਵੇਂ ਉਹ ਮਰਾਠਿਆਂ ਦਾ ਨੌਕਰ ਸੀ ਪਰ ਉਹਨੇ ਹੁਜਤ ਕਰ ਲਈ ਮਰਾਠਿਆਂ ਦੇ ਨੌਕਰੀ ਦੇ ਵਿੱਚ। ਕਹਿੰਦੇ ਆਪਣੀ ਮਰਜ਼ੀ ਦੇ ਨਾਲ ਉਹ ਸਾਰਾ ਕੁਝ ਉਹਨੇ ਬਣਾਇਆ ਹੋਇਆ ਵੇਚਣਾ ਸ਼ੁਰੂ ਕਰ ਦਿੱਤਾ ਜੀ। ਵੀਰੂ ਭੈਣ ਜਾਇਓ ਉਸ ਆਹੇ, ਬਾਕੀ
ਸੌਂਪ ਗਇਓ ਉਸ ਜਾਹੇ। ਜਦ ਪਿੱਛੇ ਉਹਦੇ ਘਰਦਿਆਂ ਨੂੰ ਪਤਾ ਲੱਗਿਆ ਕਿ ਹੁਣ ਢਪਾਈ ਵਾਪਸ ਆ ਰਿਹਾ, ਮਿਸਟਰ ਢਪਾਈ ਦੀ ਚਿੱਠੀ ਮਿਲੀ ਹੋਣੀ ਹੈ ਕਿ ਮੈਂ ਬਈ ਵਾਪਸ ਆ ਰਿਹਾ। ਇਹਨੇ ਨੂੰ ਉਹਦੀ ਇੱਕ ਭੈਣ ਸੀ ਪਿੱਛੇ, ਤੇ ਉਸ ਭੈਣ ਦਾ ਜਾਇਆ ਭਾਵ ਪੁੱਤਰ ਸੀ ਜਿਹਦਾ ਨਾਮ ਸੀ ਮਿਸਟਰ ਪੀਰੂ। ਪੇਰੂ ਵੀ ਲਿਖਿਆ ਹੋਇਆ ਇਤਿਹਾਸ 'ਚ, ਫ੍ਰੈਂਚ ਦੇ ਇਤਿਹਾਸ 'ਚ। ਇਹ ਸਾਰਾ ਇਤਿਹਾਸ ਸਾਈਮਲਟੇਨੀਅਸਲੀ ਚਲੇਗਾ, ਫ੍ਰੈਂਚ ਦਾ ਤੇ ਗੋਰਿਆਂ ਦਾ। ਬਿਲਕੁਲ ਉਹੀ ਸੰਮਤ ਨੇ, ਉਹੀ ਡੇਟਸ ਨੇ, ਉਹੀ ਨਾਮ ਨੇ, ਉਹੀ ਸਾਰਾ ਕੁਝ ਹੈ ਜੋ ਰਤਨ ਸਿੰਘ ਭੰਗੂ ਨੇ ਲਿਖਿਆ। ਔਰ ਇਹ 360 ਭਾਸ਼ਾਵਾਂ ਵਿੱਚ ਛਪਿਆ ਜਿਹੜਾ ਰਤਨ ਸਿੰਘ ਭੰਗੂ ਨੇ ਲਿਖਿਆ। ਇਟਲੀ, ਰੋਮ ਭਾਵ ਸਾਰੇ ਯੂਰਪ ਦੀ ਲਾਇਬ੍ਰੇਰੀ, ਚਾਈਨਾ ਦੀ ਲਾਇਬ੍ਰੇਰੀ, ਜਾਪਾਨ ਦੀ ਲਾਇਬ੍ਰੇਰੀ, ਇੱਥੋਂ ਤੱਕ ਸਾਰਾ ਇੰਗਲੈਂਡ, ਲੰਡਨ, ਇਹ ਸਾਰਾ UK, USA, ਸਾਰਾ ਇਹਨਾਂ ਦੀ ਲਾਇਬ੍ਰੇਰੀਆਂ ਦੇ ਵਿੱਚ ਉਸ ਵੇਲੇ ਦਾ ਲਿਖਿਆ ਹੋਇਆ। ਇਹ 1860 ਸੰਮਤ ਦਾ ਇਤਿਹਾਸ ਹੈ, 1800 ਸਦੀ ਦਾ ਅੰਗਰੇਜ਼ਾਂ ਦਾ ਲਿਖਵਾਇਆ ਹੋਇਆ ਇਤਿਹਾਸ ਹੈ। ਅਸੀਂ ਸੋਚਦੇ ਹਾਂ ਕਿ ਅੰਗਰੇਜ਼ ਸ਼ਾਇਦ 1840 ਵਿੱਚ ਆਏ, ਪਰ ਇਹ ਭੁਲੇਖਾ ਹੈ। ਜਹਾਂਗੀਰ ਦੇ ਵੇਲੇ, ਸ਼ਾਹਜਹਾਂ ਤੇ ਜਹਾਂਗੀਰ ਦੇ ਵੇਲੇ ਅੰਗਰੇਜ਼ਾਂ ਨੇ ਭਾਰਤ ਦੇਸ਼ ਵਿੱਚ ਕਦਮ ਰੱਖ ਦਿੱਤਾ ਸੀ। ਇਹਨਾਂ ਨੇ ਮੁਗਲ ਬਾਦਸ਼ਾਹਾਂ ਨੂੰ ਲੋਨ ਦੇਣੇ ਸ਼ੁਰੂ ਕਰ ਦਿੱਤੇ ਸੀ ਜਾਣ ਬੁੱਝ ਕੇ, ਚੀਜ਼ਾਂ ਖਰੀਦਣ ਵਾਸਤੇ। ਫਿਰ ਉਹ ਲੋਨ ਦੇ ਇੰਟਰਸਟ ਇਹਨੇ ਰੱਖੇ ਕਿ ਮੁਗਲ ਬਾਦਸ਼ਾਹ ਤੋਂ ਲੋਨ ਜੇ ਨਹੀਂ ਚੁਕਾਏ ਗਏ, ਛੋਟੇ ਛੋਟੇ ਬਾਦਸ਼ਾਹ ਤੇ ਵੈਸੇ ਹੀ ਲੱਕ ਟੁੱਟ ਗਏ ਇੰਨੀ ਦੌਲਤ ਦੇਖ ਕੇ। ਤੇ ਫਿਰ ਉਹਨਾਂ ਨੇ ਉਹਨਾਂ ਦਾ ਹੌਲੀ ਹੌਲੀ ਰਾਜ, ਇਵੇਂ ਮਰਾਠਿਆਂ ਦਾ ਰਾਜ ਕਾਬੂ ਕੀਤਾ, ਇਵੇਂ ਹੀ ਰਾਜਪੂਤਾਂ ਦਾ ਰਾਜ ਗੋਰਿਆਂ ਨੇ ਕਾਬੂ ਕੀਤਾ, ਪਰ ਸਿੱਖਾਂ ਨੂੰ ਨਹੀਂ ਕਾਬੂ ਕਰ ਸਕੇ। ਪਰ ਕਾਬੂ ਕਰਨ ਵਾਸਤੇ ਠੀਕ ਹੈ ਮਾੜੇ ਦਿਨ ਵੀ ਆਏ। ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਇਹ ਵਤਨ ਰੁਲ ਗਿਆ, ਰਾਜ ਰੁਲ ਗਿਆ। ਦਲੀਪ ਸਿੰਘ ਨੂੰ ਇਹਨਾਂ ਨੇ ਕੌਨਸ਼ੀਅਸਨੈਸ ਖਤਮ ਕਰ ਦਿੱਤੀ। ਅਸੀਂ ਕਹਿੰਦੇ ਹਾਂ ਅੰਗਰੇਜ਼ਾਂ ਨੇ ਸਾਡਾ ਕੀ ਵਿਗਾੜਿਆ, ਇਹ ਕ੍ਰਿਸਚੀਅਨਸ ਨੇ ਕੀ। ਦੇਖੋ ਇਹਨਾਂ ਨੇ ਸਭ ਤੋਂ ਪਹਿਲਾਂ ਦਲੀਪ ਸਿੰਘ ਦੇ ਕੇਸ ਕਤਲ ਕੀਤੇ, ਫਿਰ ਉਹਦਾ ਧਰਮ ਪਰਿਵਰਤ ਕੀਤਾ। ਫਿਰ ਇਹਨਾਂ ਨੇ ਕੌਨਸ਼ੀਅਸਨੈਸ ਐਸੀ ਖਤਮ ਕੀਤੀ ਸਿੱਖਾਂ ਦੀ, ਮਹਾਰਾਣੀ ਜਿੰਦਾ ਨੂੰ ਨੇਪਾਲ ਦੀ ਧਰਤੀ ਤੇ ਮੰਗਤਾ ਬਣਾ ਕੇ ਛੱਡ ਦਿੱਤਾ। ਉਹ ਰਾਣੀ ਜਿਹੜੀ 9 ਲੱਖੇ ਹਾਰ ਔਰ ਜਿਹੜੀ ਕੋਹੀਨੂਰ ਦੀ ਸ਼ਿੰਗਾਰ ਆਪਣੇ ਪਿੰਡੇ ਤੇ ਸਜਾਉਣ ਵਾਲੀ ਦੀ ਮਹਿਲ ਹੈ, ਪਤਨੀ ਹੈ, ਉਹਦੇ ਨਾਲ ਇਹ ਹਾਲਾਤ ਹੋਏ। ਬੜਾ ਕੁਝ ਹੋਇਆ। ਚਲੋ ਖੈਰ, ਇਹ ਇਤਿਹਾਸ ਪਤਾ ਲੱਗੇਗਾ ਤੁਹਾਨੂੰ, ਪਤਾ ਲੱਗਣਾ ਵੀ ਬੜਾ ਜ਼ਰੂਰੀ ਹੈ ਸਾਨੂੰ ਤੁਹਾਨੂੰ ਕਿ ਕੀ ਕੁਝ ਸਾਡੇ ਇਤਿਹਾਸ 'ਚ ਪਿਆ, ਕਿੱਥੇ ਸਾਡੇ ਵੀ ਮਨ ਦੇ ਅੰਦਰ ਥੋੜਾ ਜਿਹਾ ਗੁਰੂ ਬਾਬਤ ਤੇ ਸਿੱਖਾਂ ਬਾਬਤ ਇਹ ਪ੍ਰੀਤ ਜਾਗੇ। ਕਹਿੰਦੇ ਉਹਨੇ ਪੀਰੂ ਭੈਣ ਜਯੋ ਉਸ ਆਹੀ, ਉਹਦੀ ਸਿਸਟਰ ਸੀ ਮਿਸਟਰ ਢਪਾਈ ਦੀ। ਉਹਨੇ ਕਿਹਾ ਕਿ ਜਿਹੜਾ ਮੇਰਾ ਪੁੱਤਰ ਹੈ ਮਿਸਟਰ ਪੈਰੋ, ਇਹ ਤੇਰਾ ਭਾਂਜਾ ਹੈ। ਕਹਿੰਦੇ ਤੂੰ ਵਾਪਸ ਆ ਰਿਹਾ, ਸਾਰਾ ਸਮਾਨ ਨਾ ਵੇਚ, ਨਾ ਤੇਰਾ ਵਿਕਣਾ ਸਮਾਨ, ਤੇ ਔਖਾ ਵੀ ਹੋਏਗਾ, ਮਰੱਠਿਆਂ ਦਾ ਰਾਜ ਹੈ। ਇਸ ਤਰ੍ਹਾਂ ਕਰਦੇ ਹਾਂ, ਤੂੰ ਆਪਣੀ ਥਾਂ ਤੇ ਇਹ ਜਿਹੜਾ ਮੇਰਾ ਪੁੱਤਰ ਭਾਵ ਤੇਰਾ ਭਾਣਜਾ ਹੈ ਮਰੱਠਿਆਂ ਦੇ ਕੋਲ, ਇਹਨੂੰ ਨੌਕਰੀ ਲਾ ਦੇ। ਮਰੱਠਿਆਂ ਨੂੰ ਕਹਿ ਦੇ ਮੈਂ ਬਿਰਧ ਹੋ ਰਿਹਾ, ਮੈਂ ਜਾ ਰਿਹਾ, ਤੇ ਮੇਰੀ ਥਾਂ ਤੇ ਹੁਣ ਇਹ ਕੰਪਨੀ ਦਾ ਮਾਲਕ ਹੈ, ਅੱਗੇ ਬ੍ਰਿਗੇਡ ਦਾ ਮਾਲਕ ਬਣ ਜਾਏਗਾ, ਇਹਨੂੰ ਤਮਗੇ ਲਾ ਦਿਓ। ਮਰੱਠਿਆਂ ਨੇ ਗੱਲ ਮੰਨ ਲਈ। ਪੀਰੂ ਭੈਣ ਜਯੋ ਉਸ ਆਹੀ, ਜਿਹੜਾ ਪੀਰੂ ਸੀ, ਕਿਉਂਕਿ ਉਹ ਜਿਹੜਾ ਢਪਾਈ ਸੀ ਉਹਦਾ ਨਾਮ ਬੜਾ ਸੀ, ਉਹਨੇ ਮਰੱਠਿਆਂ ਦਾ ਬੜਾ ਰਾਜ ਵਧਾਇਆ। ਉਹਨੇ ਉਹ ਖੁਸ਼ ਹੋਏ ਕਿ ਚੱਲ ਤੇਰਾ ਕੋਈ ਬਲੱਡ ਭਾਵ ਕਿ ਤੇਰੀ ਹੀ ਬਲੱਡ ਸਟਰੀਮ ਵਿੱਚੋਂ, ਕਿਉਂਕਿ ਸਾਨੂੰ ਇਹੋ ਜਿਹੇ ਖੂਨ ਚਾਹੀਦੇ ਹੁੰਦੇ ਆ, ਇਹੋ ਜਿਹੇ DNA ਚਾਹੀਦੇ ਹੁੰਦੇ ਜਿਹੜੇ ਬਹਾਦਰ ਹੈਗੇ। ਅੱਜ ਵੀ ਫੌਜ ਦੇ ਵਿੱਚ ਜਿਹੜੇ ਵੱਡੇ ਵੱਡੇ ਸੂਰਮੇ ਲੜੇ ਨੇ ਨਾ, ਭਾਰਤ ਜਾਂ ਕਿਸੇ ਵੀ, ਜਿਹੜੇ ਸ਼ਹੀਦ ਹੋ ਜਾਂਦੇ ਆ, ਜਿਨ੍ਹਾਂ ਨੇ ਬੜੇ ਵੱਡੇ ਕੰਮ ਕੀਤੇ ਹੁੰਦੇ ਆ, ਫਿਰ ਉਹਨਾਂ ਦੇ ਬੱਚਿਆਂ ਨੂੰ ਅੱਗੇ ਉਹ ਨੌਕਰੀ ਦੇਣ ਵਾਸਤੇ ਪੁੱਛਦੇ ਆ, ਭਾਈ ਜਿਹੜਾ ਤੇਰੀ ਬਲੱਡ ਲਾਈਨ ਹੈ ਨਾ, ਜਿਹੜਾ DNA ਤੇਰਾ ਹੈ, ਤੇ ਤੂੰ ਆਪਣੇ ਪੁੱਤਰ, ਆਪਣੇ ਕਿਸੇ ਪੋਤਰੇ ਦੋਤਰੇ, ਕੋਈ ਭਤੀਜੇ ਨੂੰ ਜੇ ਨੌਕਰੀ 'ਚ ਲਾਉਣਾ ਚਾਹੁੰਦਾ ਤੇ ਤੈਨੂੰ ਖੁੱਲ੍ਹ ਛੂਟ ਹੈ। ਕਿਉਂਕਿ ਜੇ ਐਡੂਕੇਸ਼ਨ ਨਹੀਂ ਵੀ, ਜੇ ਇਸ ਲੈਵਲ ਦੇ ਨਹੀਂ ਵੀ, ਤਾਂ ਵੀ ਅਸੀਂ ਉਹਨੂੰ ਪ੍ਰਿਵਿਲੇਜ ਦੇਵਾਂਗੇ। ਕਿਉਂ? ਆ ਜਿਹੜਾ ਬਹਾਦਰੀ ਵਾਲਾ ਖੂਨ ਹੈ ਇਹ ਸਾਨੂੰ ਚਾਹੀਦਾ ਦੇਸ਼ ਲਈ। ਖੈਰ, ਉਹਨੇ ਮਿਸਟਰ ਪੀਰੂ ਨੂੰ ਇਜਾਜ਼ਤ ਦੇ ਦਿੱਤੀ। ਕਹਿੰਦੇ ਜਿਹੜਾ ਪੀਰੂ ਸੀ ਉਹ ਆਇਆ, ਬਾਕੀ ਸੌਂਪ ਗਿਓ ਉਸ ਯਾਹੇ। ਉਹ ਮਿਸਟਰ ਪੀਰੂ ਨੂੰ, ਮਿਸਟਰ ਜਿਹੜਾ ਢਪਾਈ ਸੀ, ਆਪਣੇ ਭਾਣਜੇ ਨੂੰ ਸਾਰਾ ਕੁਝ ਸੌਂਪ ਕੇ ਉਹ ਵਾਪਸ ਤੁਰ ਗਿਆ। ਦੋਹਰਾ ਸੋ ਪੀਰੂ ਇੱਕ ਕੰਪੋ ਔਰ ਕੀਏ 3-4, ਦਿੱਲੀ ਅਤੇ ਆਗਰੋ ਗੰਗ ਵਿੱਚ ਬਹਿਓ ਮਾਰ। ਹੁਣ ਜਿਹੜਾ ਉਹ ਪੀਰੂ ਸੀ ਜਵਾਨ ਸੀ, ਸਿਆਣਾ ਸੀ, ਚਲਾਕ ਸੀ, ਸਾਰੀ ਵਿਉਂਤ ਆਪਣੇ ਮਾਮੇ ਤੋਂ ਸਿੱਖ ਗਿਆ ਸੀ। ਮਾਮੇ ਨੇ ਉਹਨੂੰ ਵੱਲ ਛਲ ਸਾਰਾ ਕੁਝ ਦੱਸਤਾ ਸੀ। ਉਹ ਜਿਹੜਾ ਮਿਸਟਰ ਪੀਰੂ ਫ੍ਰਾਂਸਿਸ ਸੀ ਉਹਨੇ ਕੀ ਕੀਤਾ,
ਉਹਨੇ ਕੰਪਨੀ ਵਧਾਉਣੀ ਸ਼ੁਰੂ ਕਰਤੀ। ਉਹਦੇ ਮਨ 'ਚ ਖਿਆਲ ਆਇਆ ਕਿ ਸਾਰਾ ਉਮਰ ਹੁਣ ਮਾਮੇ ਦੀ ਤਰ੍ਹਾਂ ਥੋੜੀ ਰਹਿਣਾ ਹੈ, ਕੁਝ ਗਾਂ ਵੀ ਵਧਾਈਏ ਆਪਣੀ ਤਾਕਤ। ਪੀਰੂ ਨੇ ਕੀ ਕੀਤਾ, ਸੋ ਪੀਰੂ ਇੱਕ ਕੰਪਿਓ ਦਾ ਮਤਲਬ ਇੱਕ ਕੰਪਨੀ ਤੋਂ ਉਹਨੇ ਕਹਿੰਦੇ ਔਰ ਕੀ ਉਹ 3-4 ਇੱਕ ਦੀ ਜਗ੍ਹਾ ਉਹਨੇ 4 ਬ੍ਰਿਗੇਡ ਬਣਾਈਆਂ ਆਪਣੀਆਂ, ਭਾਵ ਚਾਰੇ ਦਿਸ਼ਾਵਾਂ ਦੇ ਵਾਸਤੇ। ਮੈਂ ਇੱਧਰ ਵੀ ਵੱਖਰੀ ਭੇਜਾਂਗਾ, ਇੱਧਰ ਵੀ ਵੱਖਰੀ ਭੇਜਾਂਗਾ, ਇੱਧਰ ਵੀ ਇੱਧਰ ਵੀ। ਉਹਨੇ ਈਸਟ ਵੈਸਟ ਨਾਰਥ ਸਾਊਥ ਇੱਕ ਦੀ ਉਹਨੇ 4 ਕੀਤੀਆਂ। ਉਹਨੇ ਆਪਣਾ ਪ੍ਰਭਾਵ ਵਧਾਇਆ ਜੀ। ਦਿੱਲੀ ਅਤੇ ਆਗਰੋ ਗੰਗ ਵਿੱਚ ਬਹਿਓ ਮਾਰ। ਉਹਨੇ ਦਿੱਲੀ ਤੋਂ ਲੈ ਕੇ ਆਗਰੇ ਤੱਕ ਮਰਾਠਿਆਂ ਦਾ ਰਾਜ ਹੋਰ ਵਧਾ ਦਿੱਤਾ। ਉਹਨੇ ਬੈਜਾ ਕਰਾਤੀ। ਜਿਹੜੇ ਮਰਾਠੇ ਮਹਾਰਾਸ਼ਟਰ ਦੀ ਹੱਦ ਨਹੀਂ ਸਨ ਟੱਪੇ, ਉਹ ਮਰਾਠਿਆਂ ਦਾ ਰਾਜ ਹੁਣ ਦਿੱਲੀ ਟੱਪ ਕੇ ਆਗਰੇ ਤੱਕ। ਤੇ ਆ ਜਿਹੜਾ ਜਿੱਥੋਂ ਗੰਗਾ ਵਹਿੰਦੀ ਹੈ, ਤੁਸੀਂ ਦੇਖੋ ਯੂਪੀ ਤੋਂ ਲੈ ਕੇ ਕਿੱਥੇ ਤੱਕ ਗੰਗਾ ਜਾ ਰਹੀ ਹੈ। ਆ ਸਾਰਾ ਇਲਾਕਾ ਕਹਿੰਦੇ ਜਿਹੜਾ ਦਿੱਲੀ ਅਤੇ ਆਗਰਿਓ ਗੰਗ ਬੀਚ ਬਹਿਓ ਮਾਰ, ਉੱਥੇ ਤੱਕ ਉਹਨੇ ਮਾਰ ਕੀਤੀ ਜੀ। ਚੌਪਈ ਮਰਹਟ ਕੋ ਤਬ ਸੰਸੋ ਪਇਓ, ਚਾਹੇ ਮੁਲਕ ਉਸੇ ਤੇ ਲਿਓ। ਚਾਹੇ ਮੁਲਕ ਉਸੇ ਤੇ ਲਿਓ। ਮਰਹਟਣ ਨੂੰ ਹੁਣ ਇਹ ਸ਼ੰਕਾ ਪੈ ਗਿਆ, ਭਾਈ ਆ ਜਿਹੜਾ ਪੇਰੂ ਆ ਗਿਆ ਨਾ, ਇਹ ਬਈ ਦਾਲ 'ਚ ਕੀ ਕਾਲਾ, ਦਾਲ ਹੀ ਕਾਲੀ ਹੈ ਸਾਰੀ। ਇਹਨੇ ਜਿਹੜਾ 1 ਤੋਂ 4 ਕਰ ਲਿਆ ਨਾ, ਕਹਿੰਦੇ ਕਮਾਲ ਇਹਦਾ ਪ੍ਰਭਾਵ ਜਿਹੜਾ ਐਸਾ ਕਿ ਸਾਡੀ ਸਲਤਨਤ ਹੋਏ, ਸਾਡਾ ਰਾਜ ਹੋਏ, ਸਾਡੇ ਨੱਕ ਥੱਲੇ ਇਹਨੇ ਪ੍ਰਭਾਵ ਇੰਨਾ ਵਧਾ ਲਿਆ। ਠੀਕ ਹੈ, ਇਹਨੇ ਮੁਲਕ ਸਾਨੂੰ ਜਿੱਤ ਕੇ ਦਿੱਤੇ, ਪਰ ਖੈਰ ਖੁਦਾ ਦਾ ਇਹ ਬੰਦਾ, ਇਹਨੇ 1 ਟਕਾ ਸਾਨੂੰ ਉਥੋਂ ਪੈਸਾ ਨਹੀਂ ਭੇਜਿਆ। ਸਾਰਾ ਕਰ, ਸਾਰੀ ਤਾਕਤ, ਸਾਰਾ ਪੈਸਾ ਜਿਹੜੀ ਸਲਤਨਤ ਜਿੱਤੀ, ਉਹ ਆਪ ਹੀ ਆਪਣਾ ਢਿੱਡ ਭਰਨ ਲੱਗ ਗਿਆ। ਇਹ ਆਪਣੇ ਕੋਲ ਇਕੱਠਾ ਕਰਨ ਲੱਗ ਗਿਆ। ਤੇ ਜਿਹੜੀ ਇਹਨੇ ਕੰਪਨੀ ਬਣਾਈ ਹੈ, ਇਹਨੇ ਸੰਬੰਧ ਮਰਾਠਿਆਂ ਨਾਲ ਤੋੜ ਹੀ ਦਿੱਤਾ ਹੈ। ਉਹਨਾਂ ਨੂੰ ਸਿੱਧੀ ਤਨਖਾਹ ਦੁੱਗਣੀ ਤਿਗਣੀ ਦੇਣ ਲੱਗ ਗਿਆ। ਉਹਨਾਂ ਨੂੰ ਲਾਲਚ, ਪੈਸਿਆਂ ਦੇ ਲਾਲਚ, ਉਹ ਫੌਜ ਨੂੰ ਉਹਨੇ ਫੌਜਾਂ ਦਾ ਸਰਦਾਰ ਹੀ ਬਣ ਬੈਠਾ। ਇਹਨੇ ਮਰਾਠਿਆਂ ਨੂੰ ਹੀ ਤੋੜ ਦਿੱਤਾ, ਉਹ ਫੌਜ ਹੀ ਤੋੜ ਲਈ। ਕਹਿੰਦੇ ਮਰਠਨ ਕੋ ਤਬ ਸੰਸੋ ਭਇਓ, ਚਾਹੇ ਮੁਲਕ ਉਸ ਤੇ ਲਿਓ। ਹੁਣ ਕਹਿੰਦੇ ਜਿਹੜਾ ਇਹਨੇ ਦਿੱਲੀ ਆਗਰਾ ਇਹ ਸਾਰਾ ਕਾਬੂ ਕਰ ਲਿਆ, ਹੁਣ ਇਸ ਤੋਂ ਵਾਪਸ ਲਈਏ ਜੀ। ਪੀਰੂ ਮਨਸੂਬੋ ਠਹਿਰਿਓ, ਵੇਚ ਦੇਸ ਅੰਗਰੇਜ਼ਨ ਦੇ ਗਇਓ। ਹੁਣ ਪੀਰ ਦੇ ਮਨਸੂਬੇ ਵੀ, ਪੀਰੂ ਦੇ ਮਨ 'ਚ ਖਿਆਲ ਆਇਆ ਕਿ ਇਹ ਜੇ ਹਲਚਲ ਕਰਨ, ਫਿਰ ਮੈਂ ਵੀ ਹਲਚਲ ਕਰਾਂ, ਫਿਰ ਸਿੱਧੋ ਸਿੱਧ ਹੋ ਜਾਈਏ। ਪਰ ਉਹਨੂੰ ਇਹ ਸ਼ੰਕਾ ਹੋਈ ਕਿ ਮੇਰੇ ਕੋਲ ਕੱਲੀਆਂ 3-4 ਕੰਪਨੀਆਂ ਨੇ, ਉਹ ਤੇ ਦੇਸ਼ ਦੇ ਮਾਲਕ ਨੇ ਭਾਈ। ਫਿਰ ਵੀ ਉਹ ਕਿੱਥੋਂ ਨਾ ਕਿੱਥੋਂ ਸਾਰਾ ਪੈਸਾ ਉਹਦੇ ਕੋਲ, ਦੇਸ਼ ਇਹਨਾਂ ਦਾ। ਤੇ ਕੱਲੀ ਆਮ ਜਾਂ ਫੌਜ ਨਹੀਂ, ਆਮ ਲੁਕਾਈ ਮੇਰਾ ਸਾਥ ਥੋੜੀ ਦੇਗੀ। ਇਹ ਆਵਾਜ਼ ਮਾਰਨਗੇ ਤੇ ਆਮ ਲੁਕਾਈ ਵੀ ਸ਼ਸਤਰ ਚੱਕ ਕੇ ਮੇਰੇ ਖਿਲਾਫ ਹੋ ਜਾਣਗੇ। ਕਹਿੰਦੇ ਹੁਣ ਕਰਾਂ ਕੀ, ਮੈਂ ਲੜ ਤੇ ਸਕਦਾ ਨਹੀਂ, ਮੇਰੇ ਕੋਲ 4 ਕੰਪਨੀਆਂ ਹੀ ਨੇ ਬਸ। ਉਹਦੇ ਮਨ 'ਚ ਮਨਸੂਬਾ ਆਇਆ, ਕਰੀਏ ਕੀ। ਉਸ ਵੇਲੇ ਫਿਰ ਅੰਗਰੇਜ਼ਾਂ ਦਾ ਭਾਰਤ ਦੇਸ਼ ਦੇ ਵਿੱਚ ਆਣਾ ਹੋ ਗਿਆ ਸੀ। ਇਹਨੇ ਸਿੱਧੀ ਚਿੱਠੀ ਲਿਖੀ ਰਾਣੀ ਨੂੰ, ਵਿਕਟੋਰੀਆ ਨੂੰ, ਕਿ ਮੇਰੇ ਕੋਲ ਇਹ ਇਲਾਕਾ ਹੈ, ਮੈਂ ਇਸ ਇਲਾਕੇ ਦਾ ਮਾਲਕ ਹਾਂ, ਇੰਨੀ ਫੌਜਾਂ, ਇੰਨੀ ਬਟਾਲੀਅਨਾਂ, 4 ਬਟਾਲੀਅਨਾਂ ਮੇਰੇ ਕੋਲ, ਇੰਨੇ ਸ਼ਸਤਰ ਅਸਤਰ, ਤੋਪਾਂ, ਇਹ ਸਾਰਾ ਕੁਝ ਮੇਰੇ ਕੋਲ ਹੈ। ਮੈਂ ਤੁਹਾਨੂੰ ਇੱਕ ਸੰਧੀ ਕਰਨਾ ਚਾਹੁੰਦਾ, ਤੁਹਾਡੇ ਨਾਲ ਆਫਰ ਦੇਣਾ ਚਾਹੁੰਦਾ। ਕਹਿੰਦੇ ਵੇਚ ਦੇਸ਼ ਅੰਗਰੇਜ਼ਨ ਦੇ ਗਇਓ, ਮੁਲਕ ਮਰਾਠਿਆਂ ਦਾ, ਤਾਕਤਾਂ ਮਰਾਠਿਆਂ ਦੀ, ਸਾਰੀ ਕਮਾਈ ਮਰਾਠਿਆਂ ਦੀ। ਇਹ ਚਲਾਕੀ ਦੇ ਨਾਲ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਗਿਆ। ਕਹਿੰਦੇ ਇਹ ਮੇਰਾ ਹੈ, ਇਹ ਮੈਂ ਜਿੱਤਿਆ ਹੋਇਆ ਤੇ ਇਹ ਮੈਂ ਤੁਹਾਨੂੰ ਵੇਚਦਾ। ਅੰਗਰੇਜ਼ਾਂ ਨੇ ਆਸਾਨੀ ਨਾਲ ਦਿੱਲੀ ਤੇ ਆਗਰੇ ਦੀ ਸਲਤਨਤ ਇਸ ਤੋਂ ਲੈ ਲੀਆਂ, ਬਿਨਾਂ ਮਿਹਨਤ ਤੋਂ, ਮਸ਼ੱਕਤ ਤੋਂ। ਇਹਨੇ ਬਹੁਤ ਪੈਸੇ ਲੈ ਕੇ ਅੰਗਰੇਜ਼ਾਂ ਨੂੰ ਇਹ ਸਲਤਨਤ ਵੇਚ ਦਿੱਤੀਆਂ ਜੀ। ਸੈ 1860 ਸਾਲ ਗਇਓ ਮਰਹਟਨ ਕੋ ਬਹੁ ਗਾਲ। ਸੈ 1860 ਸਾਲ, ਇਹ ਸੈ 18 ਦਾ ਮਤਲਬ 1860 ਸੰਮਤ, 1860 ਸੰਮਤ ਤੇ ਸਨ, ਇਹਦੇ ਵਿੱਚ 57 ਸਾਲਾਂ ਦਾ ਫਰਕ ਹੁੰਦਾ ਹੈ, 57 ਇਅਰਸ ਦਾ। ਜੇ 1860 ਹੈ ਤੇ ਫਿਰ ਸਿੱਧਾ ਕਰ ਲਓ 1802-3 ਦੀ ਗੱਲ ਹੈ, ਕਿਉਂਕਿ 57 ਸਾਲ ਪਿੱਛੇ ਚਲੇ ਜਾਓ। ਸੰਮਤ ਹਮੇਸ਼ਾ 57 ਸਾਲ ਅੱਗੇ ਚੱਲਦਾ ਹੈ, ਸਨ 57 ਸਾਲ ਪਿੱਛੇ ਹੋ ਜਾਂਦਾ ਹੈ। ਸੰਮਤ ਵਿੱਚੋਂ 57 ਸਾਲ ਘਟਾ ਦਿਓ, ਤੁਹਾਨੂੰ ਸਨ ਮਿਲ ਜਾਏਗਾ। ਕਹਿੰਦੇ ਇਹ 1860 ਸੰਮਤ ਦੀ ਗੱਲ ਹੈ। ਉਹ ਇੱਕੋ ਇੱਕ ਬੰਦਾ ਮਿਸਟਰ ਪੇਰੂ,
ਕਹਿੰਦੇ ਇਹ ਮਰਾਠਿਆਂ ਦੇ ਰਾਜ ਨੂੰ ਗਾਲ ਕੇ ਚਲਾ ਗਿਆ। ਅਗਲਿਆਂ ਨੇ ਆਪਣੇ ਪੁੱਤਰ ਮਰਵਾਤੇ, ਆਪਣੀ ਫੌਜਾਂ ਮਰਵਾਤੀਆਂ, ਖਰਚੇ ਕਰਤੇ, ਰਾਜ ਕੀਤੇ। ਕਹਿੰਦੇ ਭੰਗ ਦੇ ਭਾਣੇ ਉਹਨਾਂ ਦੀ ਕੀਤੀਆਂ ਹੋਈਆਂ ਮਿਹਨਤਾਂ ਨੂੰ ਇੱਕੋ ਇੱਕ ਸੰਧੀ ਦੇ ਵਿੱਚ ਵੇਚ ਕੇ ਚਲਾ ਗਿਆ। ਮਰਾਠਿਆਂ ਦੇ ਰਾਜ ਨੂੰ ਇੱਕੋ ਇੱਕ ਬੰਦੇ ਇਹ ਫਰਾਂਸੀਸੀ ਨੇ ਗਾਲ ਦਿੱਤਾ ਸੀ। ਇਹ ਸੱਚਾ ਇਤਿਹਾਸ ਹੈ। ਮਰਾਠਿਆਂ ਦਾ ਰਾਜ ਕਿੱਥੇ ਖਤਮ ਹੋਇਆ? ਮਰਾਠਿਆਂ ਦਾ ਰਾਜ ਖਤਮ ਕਰਨ ਵਾਲਾ ਇਹ ਫਰਾਂਸੀਸੀ ਹੈ ਜੀ। ਲਿਓ ਮੁਲਕ ਅੰਗਰੇਜ਼ਾਂ ਨੇ ਰੋਕ, ਮਰਹਟਣ ਕੇ ਘਰ ਪਰ ਗਇਓ ਸ਼ੋਕ। ਇਹ ਬੰਦਾ ਸਾਰਾ ਮੁਲਕ ਅੰਗਰੇਜ਼ਾਂ ਨੂੰ ਸੌਂਪ ਗਿਆ। ਅੰਗਰੇਜ਼ਾਂ ਨੇ ਆਪਣਾ ਕਬਜ਼ਾ ਕਰ ਲਿਆ, ਤਾਕਤਾਂ ਲਾ ਲੀਆਂ। ਮਰਾਠਿਆਂ ਤੋਂ ਹੋਰ ਤਾਕਤਵਰ ਉਹਨਾਂ ਨੇ ਜਦ ਦੇਖਿਆ ਕਿ ਸਾਨੂੰ ਤੇ ਭੰਗ ਦੇ ਭਾਣੇ ਮਿਲ ਗਿਆ ਇਹ ਮੁਲਕ, ਉਹਨਾਂ ਨੇ ਫੌਜਾਂ, ਉਹਨਾਂ ਨੇ ਸਾਰੀਆਂ ਸਮਰੱਥਾ, ਉਹਨਾਂ ਨੇ ਪਾਣੀ ਦੇ ਬੇੜੇ ਭਰ ਭਰ ਕੇ ਬਾਹਰੋਂ ਇੰਗਲੈਂਡ ਤੋਂ ਬੜਾ ਕੁਝ ਮੰਗਵਾ ਕੇ ਇੱਥੇ ਤੈਨਾਤ ਕਰ ਦਿੱਤਾ। ਤੇ ਜਿਹੜੇ ਮਰੱਠੇ ਸਨ, ਗਇਓ ਮਰਠਨ ਕੇ ਉਹ ਗਾਲ, ਮਰਠਨ ਕੇ ਘਰ ਘਰ ਪਰ ਗਇਓ ਸ਼ੋਕ। ਕਹਿੰਦੇ ਸ਼ੋਕ ਕਰ ਗਏ। ਕਹਿੰਦੇ ਜਿਹੜੇ ਚੰਗੇ ਭਲੇ ਰਾਜ ਕਰਦੇ ਸਨ ਉਹਨਾਂ ਦੇ ਘਰ ਇਸ ਫਰਾਂਸੀਸੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਉਹਨਾਂ ਦੇ ਘਰਾਂ ਦੇ ਵਿੱਚ ਸ਼ੋਕ ਆ ਗਏ, ਸ਼ੋਕ ਪੈ ਗਏ, ਗਮਗੀਨ ਹੋ ਗਏ ਕਿ ਇਹ ਹੋਇਆ ਕੀ ਸਾਡੇ ਨਾਲ, ਇਹ ਕੀ ਧੋਖਾ ਹੋਇਆ। ਬਾਕੀ ਜਿਹੜੀ ਵਿਚਾਰਾਂ ਨੇ 8 ਪੱਦੇ ਅੱਜ ਵਿਚਾਰੇ ਨੇ, ਕੱਲ ਅਸੀਂ ਇਸ ਵਿਚਾਰ ਨੂੰ ਅੱਗੇ ਤੋਰਾਂਗੇ। ਕਹਿੰਦੇ ਇਹ ਜਿਹੜੇ 3 ਪੱਦੇ ਰਹਿ ਗਏ ਨੇ ਇਹ ਹੁਣ ਕੱਲ ਨੂੰ ਵਿਚਾਰ ਕਰਾਂਗੇ ਜੀ। ਸਮੇਂ ਦੀ ਸਮਾਪਤੀ ਹੈ। ਕੁੱਲ ਮਿਲਾ ਕੇ ਹੁਣ ਮਰਾਠਿਆਂ ਤੇ ਅੰਗਰੇਜ਼ਾਂ ਦੀ ਬਾਤ ਇਸ ਲਈ ਪਾਈ ਹੈ। ਹੁਣ ਇਹੀ ਜਿਹੜੇ ਅੰਗਰੇਜ਼ ਨੇ ਜਿਨ੍ਹਾਂ ਨੇ ਦਿੱਲੀ ਤੇ ਆਗਰੇ ਤੇ ਕਬਜ਼ਾ ਕੀਤਾ, ਇੱਥੇ ਫਿਰ ਇਹਨਾਂ ਨੇ ਜਦ ਇਹ ਰਾਜ ਖਰੀਦਿਆ, ਫਿਰ ਇਹਨਾਂ ਨੇ ਇਸ ਵੇਲੇ ਜਦ ਦਿੱਲੀ ਤੇ ਥੋੜਾ ਸਮਾਂ ਬਤੀਤ ਕੀਤਾ ਤੇ ਇਸ ਸਮੇਂ ਦੇ ਦੌਰਾਨ ਹੀ ਬਾਬਾ ਬਘੇਲ ਸਿੰਘ ਜੀ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਚੜਤ ਸਿੰਘ, ਇਹ ਸਾਰੇ ਫੌਜਾਂ ਦੇ ਨਾਲ ਤਿਆਰ ਆ ਗਏ। ਤੇ ਅੱਗੋਂ ਜਿਹੜੇ ਅੰਗਰੇਜ਼ ਸਨ ਉਹ ਦੰਦਾਂ 'ਚ ਉਂਗਲਾਂ ਦਿੰਦੇ ਆ ਕਿ ਰਾਜ ਸਾਡਾ, ਇਹ ਕੌਣ ਆ ਗਏ ਸਾਡੇ ਤੇ ਚੜ੍ਹਾਈ ਕਰਕੇ। ਇੱਥੋਂ ਹੁਣ ਸਿੱਖਾਂ ਦਾ ਇਤਿਹਾਸ ਸ਼ੁਰੂ ਹੁੰਦਾ ਹੈ। ਇਹ ਲੜੀ ਬਣੀ ਸਿੱਖਾਂ ਦੀ ਜਦ ਅੰਗਰੇਜ਼ਾਂ ਤੇ ਸਿੱਖਾਂ ਦਾ ਟਾਕਰਾ ਪਹਿਲੀ ਵਾਰ ਹੋਇਆ। ਇਹ ਹੁਣ ਕੱਲ ਦਾ ਜਿਹੜਾ ਐਪੀਸੋਡ ਸ਼ੁਰੂ ਹੋਏਗਾ, ਕੱਲ ਦੇ ਜਿਹੜੀ ਅਗਲੀ ਵਿਚਾਰ ਹੋਏਗੀ ਉਹਦੇ ਵਿੱਚ ਵਿਚਾਰਾਂਗੇ ਜੀ। ਧੰਨਵਾਦ ਹੈ ਜੀ ਸਾਰੀਆਂ ਸੰਗਤਾਂ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਿ ਸਿੱਖ ਇਤਿਹਾਸ, ਖਾਲਸੇ ਦਾ ਇਤਿਹਾਸ ਵਿਚਾਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਆ। ਇਸ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਸਰਸ਼ਾਰ ਕਰੀਏ। ਅਜੇ ਸਾਨੂੰ ਲੱਗ ਰਿਹਾ ਹੋਏਗਾ ਕਿ ਕੁਝ ਵੀ ਸੁਣਨ ਵਾਲੀ ਜਾਂ ਕੁਝ ਵਿਚਾਰਨ ਵਾਲੀ ਗੱਲ ਨਹੀਂ ਲੱਭੀ, ਪਰ ਕੱਲ ਤੋਂ ਸਿੱਖ ਇਤਿਹਾਸ ਦੇ ਜਜ਼ਬਿਆਂ ਦਾ ਪਤਾ ਲੱਗੇਗਾ, ਸਿੱਖਾਂ ਦੀ ਅਣਖ ਦਾ ਪਤਾ ਲੱਗੇਗਾ, ਜੀਵਨ ਦਾ ਸੱਚ ਦਾ ਪਤਾ ਲੱਗੇਗਾ। ਭੁੱਲਾਂ ਚੁੱਕਾਂ ਦੀ ਖਿਮਾ ਹੈ। ਫਤਿਹ ਸਾਰੇ ਅਰਜ਼ ਕਰੋ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।